ਸਤਨਾਮ ਵਾਹਿਗੁਰੂ ਸਾਹਿਬ ਜੀਓ। ਇਹ ਪੱਦਤ ਤੇ ਮਤ ਚੂਕਹਿ ਰੇ ਮਨ, ਭੇਦ ਵਿਭੇਦ ਨਾ ਜਾਣ ਬਿਓ। ਪ੍ਰਤੱਛ ਹਿਰਦੈ ਗੁਰ ਅਰਜੁਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਣ ਵਡਾਈ। ਜੋ ਤੂੰ ਦੇਹੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਜੋ ਤੂੰ ਦੇਹੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਰੀ ਕਾਇਨਾਤ ਦੇ ਰਹਿਬਰ, ਸੁਖਾਂ ਦੇ ਸਾਗਰ, ਦਇਆ ਦੇ ਖਜ਼ਾਨੇ, ਕਲਯੁਗ ਕੇ ਬੋਹਿਥ, ਦਇਆ ਦੇ ਘਰ ਪਰਮ ਕਿਰਪਾਲੂ ਪਾਤਸ਼ਾਹ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰ ਆਪਣੇ ਘਰਾਂ ਦੇ ਵਿੱਚ ਬੈਠ ਕੇ ਹਾਜ਼ਰੀਆਂ ਲਵਾ ਰਹੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀਓ। ਇਹ ਠੀਕ ਹੈ ਕਿ ਹਾਲਾਤ ਕੁਝ ਐਸੇ ਹੋ ਗਏ ਜਿਨ੍ਹਾਂ ਦੇ ਚੱਲਦਿਆਂ ਗੁਰੂ ਘਰਾਂ ਦੇ ਵਿੱਚ ਹਾਜ਼ਰੀ ਭਰਨੀ ਥੋੜੀ ਮੁਸ਼ਕਲ ਹੋ ਗਈ ਹੈ, ਪਰ ਇਹਦੇ ਬਾਵਜੂਦ ਜੋ ਇਲੈਕਟ੍ਰੋਨਿਕ ਮੀਡੀਆ ਹੈ, ਸੋਸ਼ਲ ਮੀਡੀਆ ਹੈ, ਉਹਦੇ ਰਾਹੀਂ ਘਰਾਂ ਦੇ ਵਿੱਚ ਬੈਠ ਕੇ ਵੀ ਆਪਾਂ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਹਾਜ਼ਰੀ ਲਵਾ ਸਕਦੇ ਹਾਂ। ਆਓ ਸਾਰੇ ਜਿਹੜੇ ਵੀ ਮਾਈ ਭਾਈ ਲਾਈਵ ਹੋ ਕੇ ਪਹਿਲਾਂ ਸੁਖਮਨੀ ਸਾਹਿਬ ਦੇ ਪਾਠਾਂ ਦੇ ਵਿੱਚ ਹਾਜ਼ਰੀ ਲਵਾਈ ਅਤੇ ਹੁਣ ਜੋ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਹੈ, ਉਸ ਸ਼ਹੀਦੀ ਪੁਰਬ ਨੂੰ ਸਮਰਪਿਤ ਜੋ ਹੁਣ ਦੀਵਾਨ ਸੱਜੇ ਨੇ, ਇਹਨਾਂ ਦੀਵਾਨਾਂ ਦੇ ਵਿੱਚ ਵੀ ਆਪਾਂ ਹਾਜ਼ਰੀ ਲਵਾਉਣੀ ਹੈ। ਵਿਚਾਰ ਸਤਿਗੁਰਾਂ ਦੀ ਬਾਣੀ ਨੂੰ ਮੁੱਖ ਰੱਖ ਕੇ, ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖ ਕੇ ਆਪ ਸਰਬੱਤ ਸੰਗਤ ਨਾਲ ਕਰਨੇ ਨੇ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਓ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਤੇ ਤੁਹਾਨੂੰ ਇੱਕ ਗੱਲ ਸਮਝ ਪਏਗੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕੇਵਲ ਗੁਰੂ ਸਾਹਿਬਾਨਾਂ ਦੀ ਬਾਣੀ ਹੀ ਦਰਜ ਨਹੀਂ ਹੈ। ਗੁਰੂ ਸਾਹਿਬਾਨਾਂ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਤੁਹਾਨੂੰ ਭਗਤਾਂ ਦੀ ਬਾਣੀ ਮਿਲੇਗੀ, ਗੁਰਸਿੱਖਾਂ ਦੀ ਬਾਣੀ ਮਿਲੇਗੀ ਅਤੇ ਭੱਟ ਸਾਹਿਬਾਨਾਂ ਦੀ ਬਾਣੀ ਮਿਲੇਗੀ। ਜਾਣਕਾਰੀ ਦੇ ਲਈ ਦੱਸ ਦੇਵਾਂ, ਜਾਂ ਬਹੁਤਿਆਂ ਨੂੰ ਪਤਾ ਹੀ ਹੋਏਗਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 6 ਗੁਰੂ ਸਾਹਿਬਾਨ
15 ਭਗਤ, 11 ਭੱਟ ਤੇ 3 ਗੁਰਸਿੱਖਾਂ ਦੀ ਬਾਣੀ ਦਰਜ ਹੈ। 6 ਗੁਰੂ ਸਾਹਿਬਾਨ ਕਿਹੜੇ ਨੇ? ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਕ ਪਹਿਲੇ 5 ਪਾਤਸ਼ਾਹ ਅਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ। ਉਹਨਾਂ ਤੋਂ ਬਾਅਦ ਭਗਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਅਤੇ ਭੱਟ ਸਾਹਿਬਾਨਾਂ ਦੀ ਬਾਣੀ ਆਉਂਦੀ ਹੈ। ਜਦੋਂ ਭੱਟ ਸਾਹਿਬਾਨਾਂ ਦੀ ਬਾਣੀ ਪੜ੍ਹੀਏ ਤੇ ਭੱਟਾਂ ਨੇ ਸਤਿਗੁਰਾਂ ਦੀ ਉਸਤਤ ਦੇ ਵਿੱਚ ਸਵਈਏ ਉਚਾਰਨ ਕੀਤੇ ਨੇ, ਜਿਨ੍ਹਾਂ ਨੂੰ ਆਪਾਂ ਭੱਟਾਂ ਦੇ ਸਵਈਏ ਕਹਿੰਦੇ ਆ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਕ 5 ਗੁਰੂ ਸਾਹਿਬਾਨਾਂ ਦੀ ਭੱਟ ਸਾਹਿਬਾਨਾਂ ਨੇ ਉਸਤਤ ਕੀਤੀ ਹੈ। ਉਸ ਉਸਤਤ ਨੂੰ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਭੱਟਾਂ ਦੇ ਸਵਈਆਂ ਦੇ ਹੈਡਿੰਗ ਦੇ ਹੇਠ ਅੰਕਿਤ ਕਰ ਦਿੱਤਾ। ਤੇ ਜਦੋਂ ਭੱਟਾਂ ਦੇ ਸਵਈਏ ਪੜ੍ਹੀਏ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਉਸਤਤ ਦੇ ਵਿੱਚ ਜਿਹੜੇ ਉਹਨਾਂ ਨੇ ਉਚਾਰੇ ਨੇ, ਤੇ ਭੱਟ ਸਾਹਿਬਾਨ ਗੁਰੂ ਸਾਹਿਬ ਦੀ ਵਡਿਆਈ ਕਰਦੇ ਹੋਏ ਬੜੇ ਪਿਆਰੇ ਬਚਨ ਯੂਜ਼ ਕਰਦੇ ਨੇ। ਕਿਤੇ ਕਹਿੰਦੇ ਨੇ ਉਹ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਪ੍ਰਤੱਖ ਉਸ ਪਰਮਾਤਮਾ ਦਾ ਰੂਪ ਨੇ। ਕਿਤੇ ਕਹਿੰਦੇ ਨੇ ਕਿ ਗੁਰੂ ਅਰਜਨ ਸਾਹਿਬ ਅਤੇ ਪਰਮਾਤਮਾ ਦੇ ਵਿੱਚ ਫਰਕ ਹੀ ਕੋਈ ਨਹੀਂ। ਭੱਟ ਮਥਰਾ ਜੀ ਦਾ ਬਚਨ ਪੜੋ। ਭੱਟ ਮਥਰਾ ਜੀ ਕੀ ਕਹਿੰਦੇ ਨੇ? ਕਹਿੰਦੇ ਭੰਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਸਾਹਿਬ ਜਿਹੜੇ ਨੇ, ਭੱਟ ਮਥਰਾ ਜੀ ਕਹਿੰਦੇ ਪਰਮਾਤਮਾ ਦਾ ਸਾਖਸ਼ਾਤ ਰੂਪ ਨੇ। ਪਰਮਾਤਮਾ ਦੇ ਵਿੱਚ ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵਿੱਚ ਫਰਕ ਕੋਈ ਨਹੀਂ। ਕਿਤੇ ਭੱਟ ਸਾਹਿਬਾਨ ਗੁਰੂ ਅਰਜਨ ਸਾਹਿਬ ਨੂੰ ਪਰਮਾਤਮਾ ਦਾ ਰੂਪ ਦੱਸਦੇ ਪਏ ਨੇ, ਕਿਤੇ ਇਹ ਗੱਲ ਕਹਿ ਰਹੇ ਨੇ ਕਿ ਹੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਤਾਂ ਇਸ ਸੰਸਾਰ ਦੇ ਵਿੱਚ ਇੱਕ ਜਹਾਜ਼ ਦੀ ਤਰ੍ਹਾਂ ਆਏ ਹੋ। ਇਹ ਕਲਯੁਗ ਇੱਕ ਬੜਾ ਭਿਆਨਕ ਸਮੁੰਦਰ ਹੈ, ਤੇ ਇਸ ਭਿਆਨਕ ਸਮੁੰਦਰ ਦੇ ਵਿੱਚੋਂ ਪਾਰ ਲੰਘਾਉਣ ਦੇ ਲਈ ਗੁਰੂ ਅਰਜਨ ਸਾਹਿਬ ਮਹਾਰਾਜ ਇੱਕ ਜਹਾਜ਼ ਦੀ ਤਰ੍ਹਾਂ ਨੇ। ਕਲਯੁਗ ਜਹਾਜ਼ ਅਰਜਨ ਗੁਰੂ, ਕਹਿੰਦੇ ਗੁਰੂ ਅਰਜਨ ਸਾਹਿਬ ਇੱਕ ਜਹਾਜ਼ ਦੀ ਤਰ੍ਹਾਂ ਨੇ, ਤੇ ਜਿਨ੍ਹਾਂ ਨੇ ਵੀ ਗੁਰੂ ਅਰਜਨ ਸਾਹਿਬ ਦਾ ਸਹਾਰਾ ਲੈ ਲਿਆ ਉਹ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਗਏ। ਕਿਤੇ ਗੁਰੂ ਅਰਜਨ ਸਾਹਿਬ ਵਾਸਤੇ ਭੱਟ ਸਾਹਿਬਾਨ ਕਹਿੰਦੇ ਨੇ, ਕਹਿੰਦੇ ਹੇ ਮੇਰੇ ਪਾਤਸ਼ਾਹ, ਜਦੋਂ ਤੁਹਾਡੀ ਸ਼ਖਸੀਅਤ ਨੂੰ ਦੇਖੀਏ, ਤੁਹਾਡੇ ਵੱਲ ਝਾਤ ਮਾਰੀਏ, ਤਾਂ ਇਹ ਪਤਾ ਲੱਗਦਾ ਏ ਕਿ ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਇੱਕ ਭਗਤ ਰੂਪ ਦੇ ਵਿੱਚ ਹੀ ਪੈਦਾ ਹੋਏ ਹੋ। ਉਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਨੇ ਨਾ, ਇਹ ਨਹੀਂ ਕਿ ਉਹ ਜਵਾਨ ਹੋਏ ਤੇ ਉਹਨਾਂ ਦਾ ਅੰਦਰ ਪਰਮਾਤਮਾ ਦੇ ਨਾਲ ਜੁੜਿਆ। ਕਹਿੰਦੇ ਨਾ, ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਹੁੰਦਾ ਹੈ, ਤੇ ਭੱਟ ਸਾਹਿਬਾਨ ਕਹਿੰਦੇ ਨੇ, ਕਹਿੰਦੇ ਹੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਕਹਿੰਦੇ ਤੁਸੀਂ ਜਨਮ ਲੈਂਦਿਆਂ ਹੀ, ਬਚਪਨ ਤੋਂ ਹੀ ਉਸ ਪਰਮਾਤਮਾ ਨੂੰ ਪਹਿਚਾਣ ਲਿਆ। ਤੁਹਾਡੇ ਅੰਦਰ ਉਹ ਪਰਮਾਤਮਾ ਆਣ ਕੇ ਬਿਰਾਜਮਾਨ ਹੋ ਗਿਆ ਬਚਪਨ ਤੋਂ ਹੀ। ਜਿੱਥੇ ਇੰਨੀਆਂ ਵਡਿਆਈਆਂ ਕੀਤੀਆਂ ਭੱਟ ਸਾਹਿਬਾਨਾਂ ਨੇ, ਉਥੇ ਇੱਕ ਹੋਰ ਬਚਨ ਗੁਰੂ ਅਰਜਨ ਸਾਹਿਬ ਮਹਾਰਾਜ ਵਾਸਤੇ ਉਹਨਾਂ ਨੇ ਯੂਜ਼ ਕੀਤਾ। ਜਦੋਂ ਕਿਤੇ ਇਹ ਆਪਾਂ ਸਵਈਏ ਪੜ੍ਹੀਏ ਤੇ ਇਹਨਾਂ ਸਵਈਆਂ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਵਡਿਆਈ ਹੀ ਉਹਨਾਂ ਨੇ ਕੀਤੀ ਹੈ। ਕਿਤੇ ਕਹਿੰਦੇ ਨੇ, ਕਹਿੰਦੇ ਹੇ ਗੁਰੂ ਅਰਜਨ ਸਾਹਿਬ, ਜਿਹੜਾ ਤੁਹਾਡੇ ਚਰਨਾਂ ਦੇ ਨਾਲ ਜੁੜ ਗਿਆ, ਜਿਨ੍ਹਾਂ ਨੇ ਤੁਹਾਨੂੰ ਜਪ ਲਿਆ, ਜਿਨ੍ਹਾਂ ਨੇ ਤੁਹਾਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਉਹਨਾਂ ਵਾਸਤੇ ਭੱਟ ਸਾਹਿਬਾਨਾਂ ਨੇ ਲਫ਼ਜ਼ ਕੀ ਯੂਜ਼ ਕੀਤੇ? ਕਹਿੰਦੇ ਹੇ ਸਤਿਗੁਰੂ ਸੱਚੇ ਪਾਤਸ਼ਾਹ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਕਹਿੰਦੇ ਹੇ ਗੁਰੂ ਅਰਜਨ ਸਾਹਿਬ, ਜਿਨ੍ਹਾਂ ਨੇ ਤੁਹਾਨੂੰ ਜਪ ਲਿਆ, ਜਿਹੜੇ ਤੁਹਾਡੇ ਚਰਨਾਂ ਦੇ ਨਾਲ ਜੁੜ ਗਏ, ਉਹ ਇਸ ਸੰਸਾਰ ਦੇ ਵਿੱਚ ਦੁਬਾਰਾ ਜਨਮ ਲੈ ਕੇ ਨਹੀਂ ਜਿਉਂਦੇ, ਉਹਨਾਂ ਦਾ ਜਨਮ ਮਰਨ ਖਤਮ ਹੋ ਜਾਂਦਾ ਹੈ। ਤੇ ਇੱਥੇ ਨਾਲ ਹੀ ਇੱਕ ਬਚਨ ਹੋਰ ਯੂਜ਼ ਕਰਦੇ ਨੇ, ਕਹਿੰਦੇ ਹੇ ਸੱਚੇ ਪਾਤਸ਼ਾਹ, ਤੁਹਾਡੀ ਸ਼ਖਸੀਅਤ ਐਸੀ ਹੈ। ਕੈਸੀ ਜੀ? ਕਹਿੰਦੇ ਗੁਰ ਪਰਚੈ ਪ੍ਰਵਾਨ, ਰਾਜ ਮਹਿ ਜੋਗ ਕਮਾਇਓ। ਹੁਣ ਦੇਖੋ, ਕਿਤੇ ਗੁਰੂ ਅਰਜਨ ਸਾਹਿਬ ਨੂੰ ਕਲਯੁਗ ਦਾ ਜਹਾਜ਼ ਕਿਹਾ ਜਾ ਰਿਹਾ ਹੈ, ਕਿਤੇ ਕਹਿ ਰਹੇ ਨੇ ਕਿ ਤੁਸੀਂ ਜਨਮ ਲੈਂਦਿਆਂ ਹੀ ਭਗਤ ਹੋ, ਜਨਮ ਤੋਂ ਹੀ ਤੁਸੀਂ ਪ੍ਰਮਾਤਮਾ ਨੂੰ ਪਹਿਚਾਣ ਲਿਆ। ਕਿਤੇ ਕਹਿ ਦਿੱਤਾ ਕਿ ਜਿਹੜੇ ਤੁਹਾਡੇ ਚਰਨਾਂ ਦੇ ਨਾਲ ਜੁੜੇ ਉਹ ਇਸ ਭਵ ਸਾਗਰ ਤੋਂ ਲੰਘ ਗਏ, ਉਹਨਾਂ ਦਾ ਜਨਮ ਮਰਨ ਕੱਟਿਆ ਗਿਆ। ਤੇ ਹੁਣ ਇਹਨਾਂ ਬਚਨਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਵਾਸਤੇ ਭੱਟ ਸਾਹਿਬਾਨ ਕਹਿੰਦੇ ਨੇ, ਕਹਿੰਦੇ ਹੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਤਾਂ ਇਸ ਸੰਸਾਰ ਦੇ ਵਿੱਚ ਇੱਕ ਰਾਜਾ ਜੋਗੀ ਹੋ। ਗੁਰ ਪਰਚੈ ਪ੍ਰਵਾਨ, ਰਾਜ ਮਹਿ
ਜੋਗ ਕਮਾਇਓ। ਰਾਜ ਤੇ ਜੋਗ, ਇਹ ਦੋ ਲਫ਼ਜ਼ ਹੋਰ ਉਹਨਾਂ ਨੇ ਯੂਜ਼ ਕੀਤੇ ਗੁਰੂ ਅਰਜਨ ਸਾਹਿਬ ਮਹਾਰਾਜ ਵਾਸਤੇ। ਹੁਣ ਰਾਜ ਤੇ ਜੋਗ ਕੀ ਹੈ, ਇਹ ਸਮਝਣ ਦੀ ਆਪਾਂ ਕੋਸ਼ਿਸ਼ ਕਰਨੀ ਹੈ ਕਿ ਰਾਜ ਤੇ ਜੋਗ ਅਸਲ ਦੇ ਵਿੱਚ ਹੈ ਕੀ, ਕਿਸ ਨੂੰ ਕਹਿੰਦੇ ਨੇ ਰਾਜ ਜੋਗ। ਇੱਕ ਲਫ਼ਜ਼ ਆਮ ਤੌਰ ਤੇ ਸਾਰਿਆਂ ਨੇ ਸੁਣਿਆ ਹੈ, ਸਾਰਿਆਂ ਦੇ ਜ਼ਿਹਨ ਦੇ ਵਿੱਚ, ਮਾਈਂਡ ਦੇ ਵਿੱਚ, ਦਿਮਾਗ ਦੇ ਵਿੱਚ ਇਹ ਲਫ਼ਜ਼ ਹੈ ਜੋਗੀ ਜਾਂ ਯੋਗ। ਇਹ ਲਫ਼ਜ਼ ਹਰ ਇੱਕ ਨੂੰ ਪਤਾ ਹੈ। ਤੇ ਯੋਗ ਕੀ ਹੈ, ਜੇਕਰ ਤੁਸੀਂ ਥੋੜਾ ਬੈਕਗ੍ਰਾਉਂਡ ਦੇ ਵਿੱਚ ਜਾਓ ਤੇ ਤੁਹਾਨੂੰ ਹਿੰਦੂ ਮਿਥਿਹਾਸ ਦੇ ਵਿੱਚੋਂ ਇੱਕ ਗ੍ਰੰਥ ਮਿਲੇਗਾ, ਇੱਕ ਪੁਰਾਣ ਮਿਲੇਗਾ, ਜਿਸ ਨੂੰ ਯੋਗ ਸ਼ਾਸਤਰ ਕਿਹਾ ਜਾਂਦਾ ਹੈ। ਇਹਦਾ ਰਾਈਟਰ ਹੈ ਪਤੰਜਲੀ ਰਿਸ਼ੀ। ਤੇ ਇਸ ਪਤੰਜਲੀ ਰਿਸ਼ੀ ਤੋਂ ਹੀ ਜਿਹੜਾ ਯੋਗ ਹੈ ਨਾ, ਉਹ ਥੋੜਾ ਜ਼ਿਆਦਾ ਫੇਮਸ ਹੋ ਜਾਂਦਾ ਹੈ। ਇਸੇ ਨੂੰ ਫਿਰ ਪਤੰਜਲੀ ਯੋਗ ਵੀ ਕਿਹਾ ਜਾਂਦਾ ਹੈ। ਤੇ ਜਦੋਂ ਆਪਾਂ ਯੋਗ ਦੀ ਬੈਕਗ੍ਰਾਉਂਡ ਦੇ ਵਿੱਚ ਜਾਂਦੇ ਆ ਤੇ ਇਹਦਾ ਪਿਛੋਕੜ ਜਿਹੜਾ ਹੈ ਨਾ, ਉਹ ਹਿੰਦੂ ਧਰਮ ਦੇ ਜਿਹੜੇ ਭਗਵਾਨ ਸ਼ਿਵ ਨੇ ਉਹਨਾਂ ਦੇ ਨਾਲ ਜੁੜ ਜਾਂਦਾ ਹੈ ਜਾ ਕੇ, ਕਿਉਂਕਿ ਉਹਨਾਂ ਨੂੰ ਸਭ ਤੋਂ ਵੱਡਾ ਯੋਗੀ ਮੰਨਿਆ ਜਾਂਦਾ ਹੈ। ਉਹਨਾਂ ਤੋਂ ਬਾਅਦ ਫਿਰ ਪਤੰਜਲੀ ਰਿਸ਼ੀ ਜਿਹੜੇ ਨੇ ਉਹ ਯੋਗ ਸ਼ਾਸਤਰ ਦੀ ਰਚਨਾ ਕਰਦੇ ਨੇ। ਤੇ ਯੋਗ ਸ਼ਾਸਤਰ ਦੇ ਵਿੱਚ ਫਿਰ ਉਹ ਯੋਗ ਦੇ 8 ਅੰਗ, ਜਿਹਨੂੰ ਅਸ਼ਟਾਂਗ ਕਿਹਾ ਜਾਂਦਾ ਹੈ, ਅਸ਼ਟਾਂਗ ਮਾਰਗ ਕਿਹਾ ਜਾਂਦਾ ਹੈ, 8 ਵੇ, 8 ਰਸਤੇ ਕਹਿ ਲਈਏ, ਉਹ ਉਹਨਾਂ ਦਾ ਉਸ ਯੋਗ ਸ਼ਾਸਤਰ ਦੇ ਵਿੱਚ ਵਿਖਿਆਨ ਕਰਦੇ ਨੇ, ਐਕਸਪਲੇਨ ਕਰਦੇ ਨੇ। ਹੁਣ ਗੱਲ ਕੀ ਹੈ ਕਿ ਇਨਸਾਨ ਦੇ ਜੀਵਨ ਦੀ ਜਿਹੜੀ ਯਾਤਰਾ ਹੈ ਉਹ ਸੂਖਮ ਤੋਂ ਸਥੂਲ ਤੇ ਸਥੂਲ ਤੋਂ ਸੂਖਮ ਤੱਕ ਹੈ। ਮਤਲਬ ਇਹਦਾ ਇਹ ਹੈ ਕਿ ਇਨਸਾਨ ਇੱਕ ਐਸੇ ਪਰਮਾਤਮਾ ਤੋਂ ਇਸ ਸੰਸਾਰ ਦੇ ਵਿੱਚ ਆਇਆ ਜਿਹੜਾ ਬਹੁਤ ਸੂਖਮ ਹੈ। ਸੂਖਮ ਦਾ ਮਤਲਬ ਹੈ ਜਿਹਨੂੰ ਅੱਖਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਉਸ ਸੂਖਮ ਪਰਮਾਤਮਾ ਤੋਂ ਇਸ ਜਗਤ ਦੇ ਵਿੱਚ ਆਇਆ ਸਥੂਲ। ਸਥੂਲ ਦਾ ਮਤਲਬ ਹੈ ਜਿਹੜਾ ਸਾਨੂੰ ਸਭ ਕੁਝ ਨਜ਼ਰ ਆ ਰਿਹਾ ਹੈ, ਜਿਹਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ, ਜਿਹਨੂੰ ਪਕੜ ਸਕਦੇ ਹਾਂ। ਜਿਹੜੀ ਚੀਜ਼ ਸਾਡੀ ਪਕੜ ਦੇ ਵਿੱਚ ਹੈ, ਜਿਹੜੀ ਚੀਜ਼ ਸਾਨੂੰ ਨਜ਼ਰ ਆ ਰਹੀ ਹੈ, ਉਹਨੂੰ ਆਪਾਂ ਸਥੂਲ ਕਹਿ ਦਿੰਦੇ ਹਾਂ। ਸੂਖਮ ਤੋਂ, ਅਦ੍ਰਿਸ਼ਟ ਪ੍ਰਮਾਤਮਾ ਤੋਂ ਸਥੂਲ ਜਿਹੜਾ ਸਰੀਰ ਹੈ ਉਹ ਕ੍ਰੀਏਟ ਹੁੰਦਾ ਹੈ। ਤਾਂ ਹੁਣ ਇਸ ਸਥੂਲ ਨੇ, ਇਸ ਸਰੀਰ ਨੇ ਉਸ ਸੂਖਮ ਨੂੰ ਪਾਉਣਾ ਹੈ, ਪ੍ਰਮਾਤਮਾ ਨੂੰ ਪਾਉਣਾ ਹੈ। ਇਹ ਇੱਕ ਸਰਕਲ ਹੈ। ਪ੍ਰਮਾਤਮਾ ਤੋਂ ਇਨਸਾਨ ਜਗਤ ਦੇ ਵਿੱਚ ਆਇਆ ਤੇ ਇਸ ਇਨਸਾਨ ਨੇ ਉਸ ਪ੍ਰਮਾਤਮਾ ਨੂੰ ਪਾਉਣਾ ਹੈ, ਉੱਥੋਂ ਤੱਕ ਪਹੁੰਚਣਾ ਹੈ। ਇਹ ਯਾਤਰਾ ਹੈ ਇਨਸਾਨ ਦੀ। ਤੇ ਇਸ ਯਾਤਰਾ ਨੂੰ ਹਰ ਇੱਕ ਧਰਮ ਦਾ ਗਿਆਨ ਰੱਖਣ ਵਾਲੇ ਵਿਚਾਰਵਾਨ ਨੇ ਜਾਂ ਮਹਾਂਪੁਰਖ ਨੇ ਆਪਾਂ ਲਫ਼ਜ਼ ਯੂਜ਼ ਕਰ ਲਈਏ, ਵੱਖ-ਵੱਖ ਤਰੀਕੇ ਦੇ ਨਾਲ ਜਿਤਨੀ ਕਿਸੇ ਨੂੰ ਸਮਝ ਪਈ, ਉਸਨੇ ਇਸ ਆਪਣੀ ਯਾਤਰਾ ਨੂੰ ਆਪਣੇ ਤਰੀਕੇ ਦੇ ਨਾਲ ਐਕਸਪਲੇਨ ਕਰ ਦਿੱਤਾ। ਕਿਸੇ ਨੇ ਕੋਈ ਕਹਿ ਦਿੱਤਾ ਕਿ ਜੇਕਰ ਇਹ ਮੈਥਡ ਫੋਲੋ ਕੀਤਾ ਜਾਏਗਾ ਤੇ ਰੱਬ ਤੱਕ ਪਹੁੰਚਾਂਗੇ। ਕਿਸੇ ਨੇ ਕੁਝ ਕਹਿ ਦਿੱਤਾ। ਤੇ ਪਤੰਜਲੀ ਰਿਸ਼ੀ ਜਿਹੜਾ ਹੈ ਉਹ ਆਪਣੇ ਯੋਗ ਸ਼ਾਸਤਰ ਦੇ ਵਿੱਚ ਕਹਿੰਦਾ ਹੈ ਕਿ ਜੇਕਰ ਇਸ ਅਸ਼ਟਾਂਗ ਮਾਰਗ ਨੂੰ ਫੋਲੋ ਕੀਤਾ ਜਾਏ ਤੇ ਇਨਸਾਨ ਆਪਣੀ ਮੰਜ਼ਿਲ ਪ੍ਰਮਾਤਮਾ ਤੱਕ ਪਹੁੰਚ ਸਕਦਾ ਹੈ, ਉਹ ਸਮਾਧੀ ਤੱਕ ਪਹੁੰਚ ਸਕਦਾ ਹੈ, ਉਸ ਨੂੰ ਨਿਰਵਾਣ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਹੋ ਸਕਦੀ ਹੈ ਜੇਕਰ ਇਸ ਅਸ਼ਟਾਂਗ ਮਾਰਗ ਨੂੰ ਅਪਣਾ ਲਿਆ ਜਾਵੇ। ਤੇ ਜਿਨ੍ਹਾਂ ਨੇ ਉਸ ਪਤੰਜਲੀ ਦੇ ਯੋਗ ਸ਼ਾਸਤਰ ਨੂੰ ਅਪਣਾਇਆ, ਜਿਨ੍ਹਾਂ ਨੇ ਉਸ ਯੋਗ ਸ਼ਾਸਤਰ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਜਾਂ ਜਿਨ੍ਹਾਂ ਨੇ ਉਹਦੇ ਅਕੋਰਡਿੰਗਲੀ ਆਪਣੀ ਲਾਈਫ ਨੂੰ ਸਪੈਂਡ ਕਰਨਾ ਸਟਾਰਟ ਕਰ ਦਿੱਤਾ ਗਿਆ, ਉਹਨਾਂ ਨੂੰ ਕਹਿ ਦਿੱਤਾ ਗਿਆ ਜੀ ਯੋਗੀ। ਜਿਹੜੇ ਯੋਗ ਸਾਧਨਾ ਦੇ ਵਿੱਚ ਲੱਗ ਗਏ, ਜਿਨ੍ਹਾਂ ਨੇ ਯੋਗ ਆਸਨਾਂ ਨੂੰ ਜੀਵਨ ਦੇ ਵਿੱਚ ਅਪਣਾਉਣਾ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਯੋਗੀ ਕਹਿ ਦਿੱਤਾ ਗਿਆ। ਤੇ ਉਹਨਾਂ ਯੋਗੀਆਂ ਦੇ ਵਿੱਚ ਦੋ ਨਾਂ ਬੜੇ ਫੇਮਸ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਮਛਿੰਦਰਨਾਥ ਤੇ ਦੂਜਾ ਹੈ ਗੋਰਖਨਾਥ। ਗੋਰਖਨਾਥ ਜਿਹੜਾ ਹੈ ਇਹਦਾ ਗੁਰੂ ਹੈ ਮਛਿੰਦਰਨਾਥ। ਚੇਲਾ ਗੋਰਖਨਾਥ ਹੈ ਤੇ ਗੁਰੂ ਹੈ ਮਛਿੰਦਰਨਾਥ। ਪਰ ਮਛਿੰਦਰਨਾਥ ਦੇ ਨਾਲੋਂ ਵੀ ਜ਼ਿਆਦਾ ਫੇਮਸ ਜਿਹੜਾ ਹੈ ਉਹ ਬਾਅਦ ਵਿੱਚ ਗੋਰਖਨਾਥ ਹੁੰਦਾ ਹੈ। ਤੇ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਸਿੱਧ ਗੋਸ਼ਟ, ਤੇ ਉੱਥੇ ਫਿਰ ਗੁਰੂ ਨਾਨਕ ਸਾਹਿਬ ਇਸ ਗੋਰਖਨਾਥ ਦਾ ਜ਼ਿਕਰ ਵੀ ਕਰਦੇ ਨੇ। ਜ਼ਿਕਰ ਕਿਵੇਂ ਕਰਦੇ ਨੇ? ਕਹਿੰਦੇ ਗੋਰਖ ਪੂਤ ਲੋਹਾ ਰੀਪਾ ਬੋਲੇ, ਜੋਗ ਜੁਗਤ ਬਿਦ ਸਾਈ। ਗੋਰਖ ਦਾ ਚੇਲਾ ਹੋਇਆ ਜੀ ਲੋਹਾਰੀਪਾ, ਤੇ ਲੋਹਾਰੀਪਾ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਵਿਚਾਰ ਵੀ ਹੋਈ। ਜਦੋਂ ਸੁਮੇਰ ਪਰਬਤ ਤੇ ਜਾਂਦੇ ਨੇ ਤੇ ਜਾਂ ਅਚਲ ਵਟਾਲੇ ਦੇ ਸਥਾਨ ਦੇ ਉੱਤੇ, ਉਹ ਗੁਰੂ ਨਾਨਕ ਸਾਹਿਬ ਨੂੰ ਆਪਣੇ ਯੋਗ ਮਤ ਬਾਰੇ ਦੱਸਦੇ ਨੇ ਕਿ ਜੇਕਰ ਇਸ ਯੋਗ ਮਤ ਨੂੰ ਫੋਲੋ ਕੀਤਾ ਜਾਏ ਤੇ ਇਨਸਾਨ ਆਪਣੇ ਜੀਵਨ ਦੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦਾ ਹੈ, ਉਹਦਾ ਜੀਵਨ ਸਫਲ ਹੋ ਸਕਦਾ ਹੈ, ਉਹਦਾ ਜਨਮ ਮਰਨ ਖਤਮ ਹੋ ਸਕਦਾ ਹੈ। ਜਿਸ ਮੰਤਵ ਵਾਸਤੇ, ਜਿਸ ਪਰਪਸ ਨੂੰ ਪ੍ਰਾਪਤ ਕਰਨ ਵਾਸਤੇ ਇਸ ਦੁਨੀਆ ਦੇ ਵਿੱਚ ਇਨਸਾਨ ਆਇਆ ਹੈ, ਉਹ ਇਹਦਾ ਪਰਪਸ ਜਿਹੜਾ ਹੈ ਉਹ ਕੰਪਲੀਟ ਹੋ ਸਕਦਾ ਹੈ ਜੇਕਰ ਸਾਡੇ ਇਸ ਯੋਗ ਮਤ ਨੂੰ ਫੋਲੋ ਕਰ ਲਿਆ ਜਾਵੇ।
ਤੇ ਗੁਰੂ ਨਾਨਕ ਸਾਹਿਬ ਫਿਰ ਉੱਥੇ ਸਿੱਧ ਗੋਸ਼ਟ ਨੂੰ ਪੜ੍ਹੀਏ, ਬੜੀ ਲੰਬੀ ਵਿਚਾਰ ਜੋਗੀਆਂ ਦੇ ਨਾਲ ਚੱਲਦੀ ਹੈ। ਤੇ ਜੋਗੀ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ, ਕੀ ਕਹਿੰਦੇ ਨੇ? ਕਹਿੰਦੇ ਕਿ ਜੇਕਰ ਤੁਸੀਂ ਚਾਹੋ ਤੇ ਸਾਡੇ ਇਸ ਮਤ ਨੂੰ ਅਪਣਾ ਲਓ। ਕਿਉਂ? ਖਿਆਲ ਕਰਿਓ, ਜਦੋਂ ਗੁਰੂ ਨਾਨਕ ਸਾਹਿਬ ਦੇ ਨਾਲ ਵਿਚਾਰਾਂ ਚੱਲਦੀਆਂ ਨੇ ਜੋਗੀਆਂ ਦੀਆਂ, ਇੱਕ ਗੱਲ ਆਪਣੇ ਜ਼ਿਹਨ ਦੇ ਵਿੱਚ ਆਪਾਂ ਰੱਖੀ ਹੈ। ਭੱਟ ਸਾਹਿਬਾਨ ਗੁਰੂ ਅਰਜਨ ਸਾਹਿਬ ਵਾਸਤੇ ਵਰਡ ਯੂਜ਼ ਕਰਦੇ ਪਏ ਨੇ ਕਿ ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਇਸ ਸੰਸਾਰ ਦੇ ਵਿੱਚ ਇੱਕ ਰਾਜਾ ਜੋਗੀ ਦੀ ਤਰ੍ਹਾਂ ਹੋ। ਤੁਸੀਂ ਗੁਰ ਪਰਚੈ ਪ੍ਰਵਾਨ, ਗੁਰੂ ਦੀ ਸਿੱਖਿਆ ਨੂੰ, ਗੁਰੂ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਇਆ ਤੇ ਕਮਾਉਣ ਤੋਂ ਬਾਅਦ ਤੁਸੀਂ ਰਾਜਾ ਜੋਗੀ ਬਣ ਗਏ। ਤੁਸੀਂ ਰਾਜਾ ਜੋਗੀ ਦੀ ਤਰ੍ਹਾਂ ਇਸ ਦੁਨੀਆ ਦੇ ਵਿੱਚ ਹੋ। ਹੁਣ ਗੁਰੂ ਨਾਨਕ ਸਾਹਿਬ ਦੀ ਵਿਚਾਰ ਜੋਗੀਆਂ ਦੇ ਨਾਲ, ਤੇ ਜੋਗੀ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਜਦੋਂ ਦੇਖਦੇ ਨੇ, ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੀਆਂ ਗੱਲਾਂ ਨੂੰ ਸੁਣਦੇ ਨੇ ਤੇ ਬੜੇ ਹੈਰਾਨ ਹੁੰਦੇ ਨੇ ਕਿ ਇਹ ਛੋਟੀ ਜੀ ਉਮਰ ਦਾ ਬਾਲਕ, ਇਹਦੇ ਕੋਲ ਗਿਆਨ ਬੜਾ ਹੈ, ਇਹਦੀਆਂ ਗੱਲਾਂ ਬੜੀਆਂ ਗਹਿਰੀਆਂ ਨੇ, ਇਹ ਬੜਾ ਵਿਚਾਰਵਾਨ ਹੈ। ਤੇ ਜੇਕਰ ਇਹ ਕਿਤੇ ਸਾਡੇ ਮਤ ਦੇ ਵਿੱਚ ਆ ਜਾਏ, ਸਾਨੂੰ ਇਹ ਫੋਲੋ ਕਰਨਾ ਸਟਾਰਟ ਕਰ ਦੇ, ਤੇ ਸਾਡੇ ਜੋਗ ਮਤ ਦਾ ਪ੍ਰਚਾਰ ਬੜਾ ਕਰੇਗਾ। ਤੇ ਇਸ ਪਰਪਸ ਦੇ ਲਈ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਦੇ ਅੱਗੇ ਪ੍ਰਪੋਜ਼ਲ ਰੱਖਿਆ ਹੈ। ਕੀ ਕਹਿੰਦੇ? ਕਹਿੰਦੇ ਕਿ ਤੁਸੀਂ ਸਾਡੇ ਇਸ ਜੋਗ ਮਤ ਨੂੰ ਅਪਣਾ ਲਓ। ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿੱਧ ਗੋਸ਼ਟ ਦੇ ਵਿੱਚ ਕਹਿੰਦੇ, ਦਰਸ਼ਨ ਭੇਖ ਕਰਹੁ ਜੋਗਿੰਦਰਾ, ਮੁੰਦਰਾ ਝੋਲੀ ਖਿੰਥਾ, 12 ਅੰਤਰ ਏਕ ਸਰੇਵਹੁ, ਖਟ ਦਰਸ਼ਨ ਇੱਕ ਪੰਥਾ। ਇਹਦਾ ਜਿਹੜਾ ਮੋਟਾ ਜਿਹਾ ਮਤਲਬ ਇਹ ਹੈ, ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਕਿ ਤੁਸੀਂ ਸਾਡੇ ਵਾਂਗ ਸਾਡੇ ਵਾਲਾ ਪਹਿਰਾਵਾ ਧਾਰਨ ਕਰ ਲਓ, ਜੋਗੀ ਬਣ ਜਾਓ, ਕੰਨਾਂ ਦੇ ਵਿੱਚ ਮੁੰਦਰਾਂ ਪਾ ਲਓ, ਹੱਥ ਦੇ ਵਿੱਚ ਬੈਗਿੰਗ ਬਾਲ ਪਕੜ ਲਓ, ਤੇ ਜਿਹੜੇ ਕੱਪੜੇ ਅਸੀਂ ਪਹਿਨੇ ਹੋਏ ਨੇ ਇਸ ਤਰ੍ਹਾਂ ਦੇ ਤੁਸੀਂ ਵੀ ਕੱਪੜੇ ਪਾ ਲਓ, ਤੇ ਜੋਗੀ ਬਣ ਕੇ ਸਾਡੇ ਵਾਂਗੂ ਵਿਚਰਨਾ ਸਟਾਰਟ ਕਰ ਦਿਓ। ਤੇ ਗੁਰੂ ਨਾਨਕ ਸਾਹਿਬ ਫਿਰ ਉੱਥੇ ਇਹਨਾਂ ਜੋਗੀਆਂ ਨੂੰ ਜੋਗ ਦੇ ਅਸਲ ਮਤਲਬ ਜਿਹੜੇ ਨੇ ਉਹ ਸਮਝਾਉਂਦੇ ਨੇ। ਅਸਲ ਦੇ ਵਿੱਚ ਜੋਗ ਕਿਹਾ ਕਿਹਨੂੰ ਜਾਂਦਾ ਹੈ? ਜੋਗੀ ਕਹਿੰਦੇ ਕੀ ਕਹਿੰਦੇ? ਕਹਿੰਦੇ ਜੋਗੈ ਕਾ ਮਾਰਗ ਬਿਖਮ ਹੈ ਜੋਗੀ, ਜਿਸ ਨੂੰ ਨਦਰ ਕਰੇ ਸੋ ਪਾਏ। ਗੁਰੂ ਨਾਨਕ ਸਾਹਿਬ ਜੋਗੀਆਂ ਨੂੰ ਕਹਿੰਦੇ ਕੇਵਲ ਪਹਿਰਾਵਾ ਧਾਰਨ ਕਰ ਲੈਣ ਦੇ ਨਾਲ ਕੋਈ ਜੋਗੀ ਨਹੀਂ ਜੇ ਬਣ ਜਾਂਦਾ। ਹੱਥ ਦੇ ਵਿੱਚ ਬੈਗਿੰਗ ਬਾਲ ਪਕੜ ਕੇ, ਕੰਨਾਂ ਦੇ ਵਿੱਚ ਮੁੰਦਰਾਂ ਪਾ ਕੇ, ਜੋਗੀਆਂ ਵਾਲੇ ਕੱਪੜੇ ਕਾਸਟਿਊਮ ਪਹਿਨਣ ਤੋਂ ਬਾਅਦ ਕੋਈ ਜੋਗੀ ਨਹੀਂ ਜੇ ਬਣ ਜਾਂਦਾ। ਘਰ ਘਰ ਜਾ ਕੇ ਮੰਗਣ ਵਾਲਾ ਕੋਈ ਜੋਗੀ ਨਹੀਂ ਹੋ ਸਕਦਾ। ਅਸਲ ਦੇ ਵਿੱਚ ਜੋਗੀ ਹੈ ਕੌਣ? ਕਹਿੰਦੇ ਇਹ ਜੋਗ ਵਾਲਾ ਰਸਤਾ ਹੈ ਹੀ ਬੜਾ ਡਿਫਿਕਲਟ, ਬੜਾ ਔਖਾ। ਕਿਉਂ? ਜਦੋਂ ਜੋਗ ਦਾ ਮਤਲਬ, ਜੋਗ ਦਾ ਵਰਡ ਮੀਨਿੰਗ ਆਪਾਂ ਲੱਭਦੇ ਆ ਨਾ, ਤੇ ਜੋਗ ਦਾ ਅਸਲ ਦੇ ਵਿੱਚ ਮੀਨਿੰਗ ਹੈ ਕਿ ਮਿਲਣਾ, ਮਿਲਾਪ। ਤੇ ਜੋਗੀ ਕਿਹਨੂੰ ਕਿਹਾ ਜਾਂਦਾ ਹੈ? ਜਿਹੜਾ ਮਿਲਿਆ ਹੋਇਆ ਹੈ, ਜਿਹੜਾ ਪ੍ਰਮਾਤਮਾ ਦੇ ਨਾਲ ਮਿਲ ਗਿਆ, ਜਿਹੜਾ ਪ੍ਰਮਾਤਮਾ ਦੇ ਵਿੱਚ ਮਰਜ ਹੋ ਗਿਆ, ਜਿਹਦੇ ਅੰਦਰ ਕਹਿੰਦੇ ਰੱਬ ਪ੍ਰਗਟ ਹੋ ਗਿਆ, ਉਹਨੂੰ ਕਹਿੰਦੇ ਨੇ ਇਹ ਮਿਲ ਗਿਆ ਹੈ, ਇਹਦਾ ਮਿਲਾਪ ਹੋ ਚੁੱਕਾ ਹੈ, ਇਹ ਜੋਗੀ ਬਣ ਗਿਆ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਲਿਓ, ਕੱਲਾ ਪਹਿਰਾਵਾ ਪਹਿਨਣ ਦੇ ਨਾਲ ਕੋਈ ਜੋਗੀ ਨਹੀਂ ਜੇ ਬਣ ਸਕਦਾ। ਜੇਕਰ ਜੋਗੀ ਬਣਨਾ ਹੈ ਤੇ ਫਿਰ ਇਹ ਗੁਣ ਜਿਹੜੇ ਨੇ ਇਹ ਅਪਣਾਉਣੇ ਪੈਣਗੇ ਜੀਵਨ ਦੇ ਵਿੱਚ। ਕਿਹੜੇ ਗੁਣ ਜੀ? ਸਤਿਗੁਰੂ ਜੀ ਕਹਿੰਦੇ, ਭਗਤ ਕਬੀਰ ਜੀ ਦਾ ਬਚਨ ਪੜ੍ਹਿਓ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ। ਭਗਤ ਕਬੀਰ ਜੀ ਕਹਿੰਦੇ, ਸੁਰਤ ਸਿਮਰਿਤ ਦੋਇ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਕਹਿੰਦੇ ਜੇਕਰ ਤੁਸੀਂ ਜੋਗੀ ਬਣਨਾ ਚਾਹੁੰਦੇ ਹੋ ਤੇ ਇਸ ਪਹਿਰਾਵੇ ਦੀ ਬਜਾਏ, ਇਹ ਕਾਸਟਿਊਮ ਧਾਰਨ ਕਰਨ ਤੋਂ ਬਿਨਾ ਜੇਕਰ ਤੁਸੀਂ ਆਹ ਜਿਹੜੇ ਗੁਣ ਅਪਣਾ ਲਓ ਜੀਵਨ ਦੇ ਵਿੱਚ, ਤੇ ਸਹੀ ਅਰਥਾਂ ਦੇ ਵਿੱਚ ਤੁਸੀਂ ਜੋਗੀ ਬਣ ਜਾਓਗੇ। ਉਹ ਜੋਗੀ ਬਣ ਜਾਓਗੇ ਜਿਸ ਨੂੰ ਅਸਲ ਦੇ ਵਿੱਚ ਜੋਗੀ ਕਿਹਾ ਜਾਂਦਾ ਹੈ। ਤੇ ਕਿਹੜੇ ਗੁਣ ਦੱਸੇ ਜੀ ਭਗਤ ਕਬੀਰ ਜੀ ਨੇ? ਕਹਿੰਦੇ ਸਰਮ ਸੁਰਤ ਸਿਮਰਤ ਦੋਏ ਕੰਨੀ ਮੁੰਦਾ। ਸੁਰਤ ਦਾ ਮਤਲਬ ਹੈ ਜੀ ਧਿਆਨ, ਸਿਮਰਤ ਦਾ ਮਤਲਬ ਹੈ ਯਾਦ ਕਰਨਾ, ਸਿਮਰਨ ਕਰਨਾ। ਆਪਣੇ ਧਿਆਨ ਦੇ ਵਿੱਚ ਉਸ ਪ੍ਰਮਾਤਮਾ ਨੂੰ ਲੈ ਆਉਣਾ, ਆਪਣਾ ਧਿਆਨ ਉਸ ਪ੍ਰਮਾਤਮਾ ਦੇ ਵਿੱਚ ਜੋੜ ਦੇਣਾ ਤੇ ਉਸ ਪ੍ਰਮਾਤਮਾ ਦੀ ਯਾਦ ਦੇ ਵਿੱਚ ਜੁੜ ਜਾਣਾ। ਸੁਰਤ ਸਿਮਰਤ ਦੋਏ ਕੰਨੀ ਮੁੰਦਾ। ਜਿਹੜਾ ਇਨਸਾਨ ਆਪਣੇ ਧਿਆਨ ਦੇ ਵਿੱਚ ਪ੍ਰਮਾਤਮਾ ਨੂੰ ਲੈ ਆਵੇ, ਜਿਹੜਾ ਆਪਣੇ ਧਿਆਨ ਨੂੰ ਪ੍ਰਮਾਤਮਾ ਦੇ ਵਿੱਚ ਜੋੜ ਦੇ, ਜਿਹੜਾ ਉਸ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਜੁੜ ਗਿਆ, ਕਬੀਰ ਸਾਹਿਬ ਕਹਿੰਦੇ ਏਦਾਂ ਕਹਿ ਲਈਏ ਕਿ ਉਸਨੇ ਧਿਆਨ ਵਾਲੀਆਂ, ਧਿਆਨ ਤੇ ਸਿਮਰਨ ਵਾਲੀਆਂ ਦੋ ਮੁੰਦਰਾਂ, ਦੋ ਈਅਰਿੰਗ ਜਿਹੜੇ ਨੇ ਉਹ ਆਪਣੇ ਕੰਨਾਂ ਦੇ ਵਿੱਚ ਪਾ ਲਏ। ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ।
ਪਰਮਿਤ ਬਾਹਰ ਖਿੰਥਾ ਦਾ ਮਤਲਬ ਹੈ, ਇਹਨੂੰ ਆਪਾਂ ਦੋ ਤਰੀਕੇ ਦੇ ਨਾਲ ਸਮਝ ਸਕਦੇ ਹਾਂ। ਇੱਕ ਗੱਲ ਤਾਂ ਇਹ ਕਿ ਜਿਹੜਾ ਤੁਹਾਡਾ ਮਨ ਭਟਕਦਾ ਹੈ ਬਾਹਰ, ਉਹਨੂੰ ਟਿਕਾ ਲੈਣਾ। ਤੇ ਦੂਜੀ ਗੱਲ ਇਦਾਂ ਹੈ ਕਿ ਜਿਹੜਾ ਪ੍ਰਮਾਤਮਾ ਘਟ ਘਟ ਮੈਂ ਹਰ ਜੂ ਬਸੈ, ਜਿਹੜਾ ਹਰ ਥਾਂ ਤੇ ਪ੍ਰਮਾਤਮਾ ਵਿਆਪਕ ਹੈ, ਐਵਰੀਵੇਅਰ ਪ੍ਰਵੇਲਿੰਗ ਜਿਹੜਾ ਪ੍ਰਮਾਤਮਾ ਹੈ, ਉਸ ਪ੍ਰਮਾਤਮਾ ਦਾ ਗਿਆਨ ਹੋ ਜਾਣਾ। ਕਬੀਰ ਸਾਹਿਬ ਕਹਿੰਦੇ ਇਦਾਂ ਕਹਿ ਲਈਏ, ਜਿਸ ਨੂੰ ਇਸ ਗੱਲ ਦਾ ਇਲਮ ਹੋ ਗਿਆ, ਗਿਆਨ ਹੋ ਗਿਆ ਕਿ ਪ੍ਰਮਾਤਮਾ ਹਰ ਥਾਂ ਤੇ ਵਸਦਾ ਪਿਆ ਹੈ, ਕਬੀਰ ਸਾਹਿਬ ਕਹਿੰਦੇ ਇਦਾਂ ਕਹਿ ਲਓ ਕਿ ਉਸਨੇ ਤੁਹਾਡੇ ਵਾਲਾ ਪਹਿਰਾਵਾ ਧਾਰਨ ਕਰ ਲਿਆ। ਤੇ ਜਿਹਦੇ ਕੋਲ ਇਹ ਤਿੰਨ ਗੁਣ ਆ ਗਏ, ਫਿਰ ਉਹਦਾ ਜੀਵਨ ਚੇਂਜ ਕਿਵੇਂ ਹੋਏਗਾ? ਕਹਿੰਦੇ ਸੁਨ ਗੁਫਾ ਮੈਂ ਆਸਨ ਬੈਸਨ ਕਲਪ ਵਿਵਰਜਿਤ ਪੰਥਾ, ਉਹਦਾ ਮਨ ਟਿਕ ਜਾਏਗਾ, ਉਹਦਾ ਮਨ ਟਿਕਾ ਦੇ ਵਿੱਚ ਆ ਜਾਏਗਾ। ਜਿਹਦਾ ਮਨ ਟਿਕਾ ਦੇ ਵਿੱਚ ਆ ਗਿਆ, ਕਬੀਰ ਸਾਹਿਬ ਕਹਿੰਦੇ ਫਿਰ ਉਹ ਕੌਣ ਹੈ ਜੀ? ਕਹਿੰਦੇ ਮੇਰੇ ਰਾਜਨ ਮੈਂ ਬੈਰਾਗੀ ਜੋਗੀ। ਕਹਿੰਦੇ ਫਿਰ ਉਹ ਜੋਗੀ ਬਣਦਾ ਹੈ ਅਸਲ ਦੇ ਵਿੱਚ ਜਿਸ ਨੇ ਇਹ ਤਿੰਨ ਚਾਰ ਗੁਣ ਜਿਹੜੇ ਨੇ ਆਪਣੇ ਜੀਵਨ ਦੇ ਵਿੱਚ ਅਡਾਪਟ ਕਰ ਲਏ, ਉਹ ਫਿਰ ਜੋਗੀ ਬਣ ਜਾਏਗਾ। ਉਸ ਨੂੰ ਪਹਿਰਾਵੇ ਦੀ ਕੋਈ ਲੋੜ ਨਹੀਂ, ਉਹ ਰੱਬ ਦੀ ਨਜ਼ਰ ਦੇ ਵਿੱਚ ਪੂਰਨ ਜੋਗੀ ਬਣ ਜਾਏਗਾ। ਤੇ ਗੁਰੂ ਨਾਨਕ ਸਾਹਿਬ ਨੇ ਵੀ ਜੋਗੀਆਂ ਨੂੰ ਇਹੀ ਗੱਲ ਸਮਝਾਈ ਕਿ ਭਲਿਓ, ਜਿਹੜਾ ਇਨਸਾਨ ਪਰਮਾਤਮਾ ਦੀ ਯਾਦ ਦੇ ਵਿੱਚ ਜੁੜ ਕੇ ਗੁੱਡ ਕੁਆਲਿਟੀਜ਼ ਨੂੰ, ਚੰਗੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਅਡਾਪਟ ਕਰਦਾ ਹੈ, ਅਸਲ ਦੇ ਵਿੱਚ ਉਹ ਬਣ ਜਾਂਦਾ ਹੈ ਜੋਗੀ। ਉਹ ਹੋ ਗਿਆ ਜੋਗੀ, ਉਹਦਾ ਮਿਲਾਪ ਹੋ ਗਿਆ ਪ੍ਰਮਾਤਮਾ ਦੇ ਨਾਲ। ਤੇ ਹੁਣ ਰਾਜਾ ਜੋਗੀ ਕੌਣ ਹੈ? ਜਦੋਂ ਯੋਗ ਸ਼ਾਸਤਰ ਨੂੰ ਪੜੋ ਜਾਂ ਜੋਤਿਸ਼ ਨੂੰ ਪੜੋ, ਤੇ ਉਹਦੇ ਵਿੱਚ ਤੁਹਾਨੂੰ ਕੀ ਮਿਲੇਗਾ? ਕਿਹਾ ਜਾਂਦਾ ਹੈ ਕਿ ਕੁਝ ਗ੍ਰਹਿ ਜਿਹੜੇ ਨੇ ਉਹ ਇੱਕ ਖਾਸ ਸਿਸਟਮ ਦੇ ਵਿੱਚ ਹੋਣ, ਕਿਸੇ ਦੀ ਕੁੰਡਲੀ ਦੇ ਵਿੱਚ, ਤੇ ਉਹ ਨਿਰਧਾਰਿਤ ਕਰਦੇ ਨੇ ਕਿ ਇਹ ਬੰਦਾ ਜਿਹੜਾ ਹੈ ਆਪਣੇ ਜੀਵਨ ਦੇ ਵਿੱਚ ਬੜੀ ਐਸ਼ ਪ੍ਰਾਪਤ ਕਰੇਗਾ, ਜਾਂ ਇਹਦਾ ਜੀਵਨ ਬੜਾ ਸੁਖੀ ਹੋਏਗਾ, ਇਹਦੇ ਕੋਲ ਬਹੁਤ ਦੌਲਤ ਹੋਏਗੀ, ਬਹੁਤ ਮਾਇਆ ਹੋਏਗੀ। ਇਸ ਰਾਜ ਯੋਗ ਨੂੰ ਮਾਇਆ ਦੇ ਨਾਲ ਜੋੜ ਦਿੱਤਾ ਗਿਆ। ਜਾਂ ਇਹ ਵੀ ਡੈਫੀਨੇਸ਼ਨ ਮਿਲਦੀ ਹੈ ਕਿ ਇੱਕ ਰਾਜ ਯੋਗ ਇੱਕ ਮੈਡੀਟੇਸ਼ਨ ਹੈ, ਜਿਹੜਾ ਉਸ ਮੈਡੀਟੇਸ਼ਨ ਦੇ ਵਿੱਚ ਜੁੜਦਾ ਹੈ ਉਸ ਨੂੰ ਵੀ ਰਾਜਾ ਯੋਗੀ ਕਿਹਾ ਜਾਂਦਾ ਹੈ। ਪਰ ਜਦੋਂ ਗੁਰਮਤ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਹ ਰਾਜਾ ਜੋਗੀ ਲਫ਼ਜ਼ ਯੂਜ਼ ਕੀਤਾ ਜਾ ਰਿਹਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਵਾਸਤੇ, ਤੇ ਫਿਰ ਇਹਦਾ ਮਤਲਬ ਹੈ ਕਿ ਅਕੋਰਡਿੰਗ ਟੂ ਗੁਰਬਾਣੀ ਰਾਜਾ ਜੋਗੀ ਦਾ ਮਤਲਬ ਕੁਝ ਹੋਰ ਹੋਏਗਾ। ਨਾ ਤਾਂ ਰਾਜਾ ਜੋਗੀ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਰਾਜਯੋਗ ਮੈਡੀਟੇਸ਼ਨ ਦੇ ਵਿੱਚ ਜੁੜ ਗਿਆ, ਨਾ ਰਾਜਾ ਜੋਗੀ ਉਸ ਨੂੰ ਕਿਹਾ ਜਾਂਦਾ ਹੈ ਜਿਹਦੇ ਕੋਲ ਦੌਲਤ ਬੜੀ ਹੋਵੇ। ਤੇ ਫਿਰ ਅਕੋਰਡਿੰਗ ਟੂ ਗੁਰਮਤ, ਅਕੋਰਡਿੰਗ ਟੂ ਗੁਰਬਾਣੀ ਰਾਜਾ ਜੋਗੀ ਹੈ ਕੌਣ? ਇਹਦੇ ਵਾਸਤੇ ਇਸ ਗੱਲ ਨੂੰ ਸਮਝਣ ਦੇ ਲਈ ਸਾਨੂੰ ਭਾਈ ਗੁਰਦਾਸ ਜੀ ਪੜ੍ਹਨੇ ਪੈਣਗੇ। ਭਾਈ ਗੁਰਦਾਸ ਜੀ ਨੂੰ ਜਦੋਂ ਪੜ੍ਹੀਏ ਤੇ ਫਿਰ ਉਹ ਬੜੀਆਂ ਪਿਆਰੀਆਂ ਐਗਜ਼ਾਮਪਲਸ ਦੇ ਕੇ ਸਮਝਾਉਂਦੇ ਨੇ ਕਿ ਅਸਲ ਦੇ ਵਿੱਚ ਰਾਜਾ ਜੋਗੀ ਹੈ ਕੌਣ। ਪਤਾ ਕੀ ਕਹਿੰਦੇ ਭਾਈ ਸਾਹਿਬ? ਕਹਿੰਦੇ ਦੇਖੋ, ਜਦੋਂ ਬਸੰਤ ਦੀ ਰੁੱਤ ਹੋਵੇ, ਬਸੰਤ ਦਾ ਮੌਸਮ ਹੋਵੇ, ਸੀਜ਼ਨ ਆਫ ਸਪਰਿੰਗ ਹੋਵੇ, ਉਸ ਟਾਈਮ ਤੇ ਕੀ ਹੁੰਦਾ ਹੈ ਕਿ ਦਰਖਤ ਦੇ ਉੱਤੇ ਨਵੇਂ ਪੱਤੇ ਸਪਰਾਊਟ ਹੁੰਦੇ ਨੇ, ਦਰਖਤ ਜਿਹੜਾ ਹਰਿਆ ਭਰਿਆ ਹੋ ਜਾਂਦਾ ਹੈ, ਉਹਨੂੰ ਫੁੱਲ ਲੱਗਦੇ ਨੇ, ਫਲ ਲੱਗਦੇ ਨੇ, ਹਰੇ ਪੱਤੇ ਉਹਦੇ ਉੱਤੇ ਆ ਜਾਂਦੇ ਨੇ, ਨਵਾਂ ਜੋਬਨ ਹੈ, ਨਵੀਂ ਜਵਾਨੀ ਹੈ। ਪਰ ਜਦੋਂ ਪੱਤਝੜ ਆਉਂਦੀ ਹੈ, ਆਟਮ ਆਉਂਦੀ ਹੈ, ਜਦੋਂ ਉਦੋਂ ਸਾਰੇ ਪੱਤੇ ਫੁੱਲ ਫਲ ਸਭ ਕੁਝ ਝੜ ਜਾਂਦਾ ਹੈ। ਬੜਾ ਪਿਆਰਾ ਬਚਨ ਭਾਈ ਸਾਹਿਬ ਜੀ ਦਾ, ਕਹਿੰਦੇ ਜੈਸੇ ਇੱਕ ਸਮੇਂ द्रुम, द्रुम ਦਾ ਮਤਲਬ ਹੈ ਜੀ ਦਰਖਤ, ਪੌਦਾ, ਟਰੀ। ਜੈਸੇ ਇੱਕ ਸਮੇਂ द्रुम ਸਫਲ ਸਪੱਤਰ ਪੁੰਨ, ਕਹਿੰਦੇ ਕੋਈ ਸਮਾਂ ਸੀ ਜਦੋਂ ਦਰਖਤ ਦੇ ਉੱਤੇ ਬੜੀ ਹਰਿਆਵਲ ਸੀ, ਨਵੇਂ ਪੱਤੇ, ਉਹਨੂੰ ਫੁੱਲ ਵੀ ਲੱਗੇ ਹੋਏ ਨੇ, ਉਹਨੂੰ ਫਲ ਵੀ ਲੱਗੇ ਹੋਏ ਨੇ, ਬੜੀ ਹਰਿਆਵਲ ਹੈ ਦਰਖਤ ਦੇ ਉੱਤੇ। ਜੈਸੇ ਇੱਕ ਸਮੇਂ द्रुम सफल सपत्र पुन, एक समय फूल फल पत्र गिर जात है। ਜਦੋਂ ਆਟਮ ਆਉਂਦੀ ਹੈ, ਪਤਝੜ ਆਉਂਦੀ ਹੈ, ਫਿਰ ਪੱਤੇ ਵੀ ਝੜ ਜਾਂਦੇ ਨੇ, ਫੁੱਲ ਵੀ ਕੋਈ ਨਹੀਂ ਰਹਿੰਦਾ, ਨਾ ਹੀ ਫਲ ਉਹਨੂੰ ਕੋਈ ਲੱਗਦਾ ਹੈ, ਪਤਝੜ ਆ ਗਈ। ਕਹਿੰਦੇ ਇਨਸਾਨ ਦੀ ਹਾਲਤ ਵੀ ਇੱਕ ਦਰਖਤ ਦੀ ਤਰ੍ਹਾਂ ਹੈ। ਜਦੋਂ ਤੇ ਜੀਵਨ ਦੇ ਵਿੱਚ ਕੋਈ ਖੁਸ਼ੀ ਹੋਵੇ, ਉਸ ਖੁਸ਼ੀ ਨੂੰ ਕੰਪੇਅਰ ਕੀਤਾ ਹੈ ਜੀ ਬਸੰਤ ਦੇ ਨਾਲ। ਜਦੋਂ ਤੇ ਜੀਵਨ ਦੇ ਵਿੱਚ ਕੋਈ ਸੁੱਖ ਹੈ, ਕੋਈ ਖੁਸ਼ੀ ਹੈ, ਉਦੋਂ ਇਨਸਾਨ ਨੂੰ ਰੱਬ ਭੁੱਲ ਜਾਂਦਾ ਹੈ। ਤੇ ਜਦੋਂ ਜੀਵਨ ਦੇ ਵਿੱਚ ਪਤਝੜ ਆਉਂਦੀ ਹੈ, ਕੋਈ ਦੁੱਖ ਆ ਗਿਆ ਜੀਵਨ ਦੇ ਵਿੱਚ, ਫਿਰ ਇਨਸਾਨ ਜਿਹੜਾ ਹੈ ਉਹ ਦੁਖੀ ਹੋ ਜਾਂਦਾ ਹੈ, ਨਿਰਾਸ਼ ਹੋ ਜਾਂਦਾ ਹੈ ਆਪਣੇ ਜੀਵਨ ਤੋਂ। ਦੁਖੀ ਹੋਇਆ ਤੇ ਰੱਬ ਯਾਦ ਆ ਜਾਂਦਾ ਹੈ। ਸੁੱਖ ਦੇ ਵਿੱਚ ਰੱਬ ਭੁੱਲ ਗਿਆ, ਦੁੱਖ ਦੇ ਵਿੱਚ ਰੱਬ ਯਾਦ ਆਉਂਦਾ ਹੈ। ਮਤਲਬ ਇਹਦਾ ਇਹ ਹੋਇਆ
ਕਿ ਇਨਸਾਨ ਦਾ ਮਨ ਜਿਹੜਾ ਹੈ ਅਜੇ ਟਿਕਾ ਦੇ ਵਿੱਚ ਨਹੀਂ ਹੈ, ਸਟੇਬਲ ਨਹੀਂ ਹੈ, ਭਟਕਦਾ ਹੈ, ਡੋਲਦਾ ਹੈ। ਖੁਸ਼ੀ ਦੇ ਵਿੱਚ ਅੰਦਰ ਦੀ ਹਾਲਤ ਕੁਝ ਹੋਰ ਹੈ, ਗਮੀ ਦੇ ਵਿੱਚ ਅੰਦਰ ਦੀ ਹਾਲਤ ਕੁਝ ਹੋਰ ਹੈ। ਦੂਜੀ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਜਿਸ ਤਰ੍ਹਾਂ ਸਰਤਾ ਸਲਲ ਕਬਹੂ ਸਮਾਨ ਬਹਿ। ਸਰਤਾ ਸਲਲ ਦਾ ਮਤਲਬ ਹੈ ਕਿ ਨਦੀ ਦਾ ਪਾਣੀ ਜਿਹੜਾ ਹੈ ਕਿਸੇ ਸਮੇਂ ਤੇ ਬੜਾ ਸ਼ਾਂਤ, ਬੜਾ ਕਾਮ ਜਿਹੜਾ ਹੈ ਉਹ ਆਪਣੇ ਤਰੀਕੇ ਦੇ ਨਾਲ ਹੌਲੀ ਹੌਲੀ ਅੱਗੇ ਵਧਦਾ ਪਿਆ, ਵਹਿ ਰਿਹਾ ਹੈ ਨਦੀ ਦਾ ਪਾਣੀ ਬੜੇ ਸ਼ਾਂਤਮਈ ਤਰੀਕੇ ਦੇ ਨਾਲ। ਪਰ ਕਿਸੇ ਸਮੇਂ ਕੀ ਹੁੰਦਾ ਹੈ, ਕਬਹੂ ਅਥਾ ਅਤ ਪ੍ਰਬਲ ਦਿਖਾਤ ਹੈ, ਕਿਸੇ ਸਮੇਂ ਉਸ ਨਦੀ ਦਾ ਪਾਣੀ ਬੜਾ ਤੇਜ਼ੀ ਦੇ ਨਾਲ ਵਹਿੰਦਾ ਹੈ, ਬੜਾ ਤੇਜ਼, ਬੜੀ ਤੇਜ਼, ਬੜਾ ਫਾਸਟ ਜਾ ਰਿਹਾ ਹੈ। ਕਿਸੇ ਸਮੇਂ ਬੜਾ ਹੌਲੀ, ਬੜਾ ਸ਼ਾਂਤ ਹੈ, ਕਿਸੇ ਸਮੇਂ ਬੜਾ ਤੇਜ਼ ਚੱਲਦਾ ਪਿਆ ਹੈ। ਇਨਸਾਨ ਦੇ ਅੰਦਰ ਦੀ ਹਾਲਤ ਵੀ ਐਸੀ ਹੈ, ਕਿਤੇ ਤਾਂ ਇਹ ਸ਼ਾਂਤ ਹੋ ਜਾਂਦਾ ਹੈ ਤੇ ਕਦੇ ਗੁੱਸੇ ਦੇ ਵਿੱਚ ਆ ਜਾਂਦਾ ਹੈ। ਇਹਦਾ ਮਤਲਬ ਮਨ ਟਿਕਾ 'ਚ ਨਹੀਂ। ਤੀਜੀ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਜਿਸ ਤਰ੍ਹਾਂ ਇੱਕ ਹੀਰਾ ਕਦੇ ਤਾਂ ਪਾਟੇ ਪੁਰਾਣੇ ਗੰਦੇ ਕੱਪੜਿਆਂ ਦੇ ਵਿੱਚ ਲਪੇਟਿਆ ਪਿਆ ਹੈ, ਉਹ ਹਾਲਤ ਕੁਝ ਹੋਰ ਹੈ, ਗੰਦੇ ਕੱਪੜਿਆਂ ਦੇ ਵਿੱਚ ਲਪੇਟਿਆ ਪਿਆ ਹੈ। ਪਰ ਕਿਸੇ ਸਮੇਂ ਉਸੇ ਹੀ ਹੀਰੇ ਨੂੰ ਸੋਨੇ ਦੇ ਵਿੱਚ ਜਦੋਂ ਜੜ ਦਿੱਤਾ ਜਾਂਦਾ ਹੈ ਤੇ ਸੋਨੇ ਵਿੱਚ ਜੜਨ ਤੋਂ ਬਾਅਦ ਫਿਰ ਉਹ ਚਮਕਾਂ ਮਾਰਦਾ ਹੈ, ਉਹਦੀ ਜਿਹੜੀ ਸ਼ਾਈਨਿੰਗ ਹੈ ਉਹ ਇਨਕਰੀਜ਼ ਹੋ ਜਾਂਦੀ ਹੈ ਸੋਨੇ ਦੇ ਨਾਲ ਮਿਲਣ ਤੋਂ ਬਾਅਦ। ਕਹਿੰਦੇ ਇਨਸਾਨ ਦੀ ਹਾਲਤ ਵੀ ਐਸੀ ਹੈ, ਜਦੋਂ ਜੀਵਨ ਦੇ ਵਿੱਚ 4 ਪੈਸੇ ਆਏ ਇਹਦਾ ਜੀਵਨ ਚਮਕਾਂ ਮਾਰਨ ਲੱਗ ਪੈਂਦਾ ਹੈ। ਜਦੋਂ ਹੱਥੋਂ ਮਾਇਆ ਜਾਂਦੀ ਹੈ, ਜਿਵੇਂ ਕਬੀਰ ਸਾਹਿਬ ਨੇ ਕਿਹਾ ਨਾ, ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ, ਦੌੜਿਓ ਫਿਰਤ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ। ਜਦੋਂ ਮਾਇਆ ਆਈ, ਜੀਵਨ ਦੇ ਵਿੱਚ ਚਮਕ ਆ ਗਈ, ਚੰਗੇ ਕੱਪੜੇ ਆ ਗਏ, ਚੰਗਾ ਖਾਣ ਪੀਣ ਆ ਗਿਆ, ਚੰਗਾ ਘਰ ਆ ਗਿਆ, ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਜਦੋਂ ਮਾਇਆ ਜਾਂਦੀ ਹੈ ਫਿਰ ਉਹੀ ਪਾਟੇ ਪੁਰਾਣੇ ਕੱਪੜੇ ਆ ਜਾਂਦੇ ਨੇ, ਫਿਰ ਦੁਖੀ ਹੈ। ਮਾਇਆ ਦੀ ਚਕਾ ਚੌਂਦ ਦੇ ਵਿੱਚ, ਮਾਇਆ ਦੇ ਇਲੂਸ਼ਨ ਦੇ ਵਿੱਚ ਇਨਸਾਨ ਨੂੰ ਰੱਬ ਯਾਦ ਨਹੀਂ ਸੀ, ਮਾਇਆ ਗਈ, ਰੱਬ ਯਾਦ ਆ ਗਿਆ, ਦੁਖੀ ਹੋ ਗਿਆ। ਭਾਈ ਗੁਰਦਾਸ ਜੀ ਕਹਿੰਦੇ ਇਹ ਤਿੰਨੋਂ ਜਿਹੜੀਆਂ ਅਵਸਥਾਵਾਂ ਨੇ, ਸਟੇਜਸ ਨੇ, ਉਹ ਉਸ ਇਨਸਾਨ ਦੀਆਂ ਨੇ ਜਿਹੜਾ ਪ੍ਰਮਾਤਮਾ ਦੇ ਨਾਲੋਂ ਟੁੱਟਾ ਹੋਇਆ। ਭਾਵੇਂ ਕਿ ਉਸਨੇ ਜੋਗੀਆਂ ਵਾਲਾ ਪਹਿਰਾਵਾ ਵੀ ਕਿਉਂ ਨਾ ਪਹਿਨਿਆ ਹੋਵੇ, ਇਹ ਤਿੰਨੋਂ ਅਵਸਥਾਵਾਂ, ਤਿੰਨੋਂ ਸਟੇਜਸ ਜਿਹੜੀਆਂ ਨੇ, ਕਿ ਕਿਤੇ ਪੱਤ ਝੜ, ਕਦੇ ਬਸੰਤ, ਕਿਤੇ ਪਾਣੀ ਬੜਾ ਸ਼ਾਂਤ ਵਹਿੰਦਾ ਪਿਆ, ਕਿਤੇ ਬੜੀ ਤੇਜ਼ੀ ਦੇ ਨਾਲ ਵਹਿੰਦਾ ਪਿਆ ਹੈ, ਕਿਤੇ ਹੀਰਾ ਪਾਟੇ ਪੁਰਾਣੇ ਕੱਪੜਿਆਂ ਦੇ ਵਿੱਚ ਲਪੇਟਿਆ ਪਿਆ ਹੈ, ਕਿਤੇ ਹੀਰੇ ਨੂੰ ਸੋਨੇ ਦੇ ਵਿੱਚ ਜੜਿਆ ਹੋਇਆ। ਇਹ ਜਿਹੜੀਆਂ ਸਟੇਜਸ ਨੇ ਇਹ ਉਸ ਇਨਸਾਨ ਦੀਆਂ ਨੇ ਜਿਹੜਾ ਰੱਬ ਦੇ ਨਾਲੋਂ ਟੁੱਟਾ ਹੋਇਆ ਹੈ। ਨਾ ਤਾਂ ਉਹ ਜੋਗੀ ਹੋ ਸਕਦਾ ਹੈ ਤੇ ਨਾ ਹੀ ਉਹ ਰਾਜਾ ਜੋਗੀ ਹੋ ਸਕਦਾ ਹੈ। ਤੇ ਫਿਰ ਭਾਈ ਸਾਹਿਬ ਜੀ ਰਾਜਾ ਜੋਗੀ ਕੌਣ ਹੈ? ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਪਾਣੀ, ਦਰਖਤ ਤੇ ਹੀਰਾ। ਹੁਣ ਦੇਖੋ, ਪੱਤੇ ਬਸੰਤ ਦੇ ਵਿੱਚ ਆਉਂਦੇ ਨੇ, ਪੱਤ ਝੜ ਵਿੱਚ ਚਲੇ ਜਾਂਦੇ ਨੇ, ਦਰਖਤ ਉਸੇ ਤਰ੍ਹਾਂ ਖੜਾ ਹੈ, ਸਟੇਬਲ ਹੈ, ਟਿਕਿਆ ਹੋਇਆ ਹੈ। ਨਦੀ ਦਾ ਪਾਣੀ ਕਿਸੇ ਸਮੇਂ ਹੌਲੀ ਵਹਿ ਰਿਹਾ, ਕਿਤੇ ਤੇਜ਼ ਵਹਿ ਰਿਹਾ, ਪਰ ਨਦੀ ਉੱਥੇ ਹੀ ਹੈ। ਹੀਰਾ ਜਿਹੜਾ ਹੈ ਉਸ ਨੂੰ ਗੰਦੇ ਕੱਪੜਿਆਂ ਦੇ ਵਿੱਚ ਲਪੇਟ ਦਓ, ਚਾਹੇ ਸੋਨੇ ਦੇ ਵਿੱਚ ਜੜ ਦਿੱਤਾ ਜਾਵੇ, ਹੀਰੇ ਨੂੰ ਕੋਈ ਫਰਕ ਨਹੀਂ ਪੈਣ ਵਾਲਾ, ਨਦੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ, ਪਾਣੀ ਕਿਵੇਂ ਚੱਲਦਾ ਪਿਆ ਹੈ। ਦਰਖਤ ਨੂੰ ਕੋਈ ਫਰਕ ਨਹੀਂ ਪੈਣ ਵਾਲਾ, ਚਾਹੇ ਉਹਦੇ ਉੱਤੇ ਪੱਤਝੜ ਹੈ, ਚਾਹੇ ਬਸੰਤ ਹੈ, ਉਹ ਟਿਕਿਆ ਹੋਇਆ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਜਿਸ ਨੇ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਕਮਾ ਲਿਆ, ਉਹ ਕਮਾਈ ਵਾਲਾ ਇਨਸਾਨ, ਕਮਾਈ ਵਾਲਾ ਗੁਰਸਿੱਖ ਜਿਹੜਾ ਹੈ, ਉਹ ਅਸਲ ਦੇ ਵਿੱਚ ਬਣ ਜਾਂਦਾ ਹੈ ਰਾਜਾ ਜੋਗੀ। ਨਾ ਤਾਂ ਉਸ ਨੂੰ ਦੁੱਖ ਦੇ ਵਿੱਚ ਕੋਈ ਫਰਕ ਪੈਂਦਾ ਜੇ, ਨਾ ਸੁੱਖ ਦੇ ਵਿੱਚ ਉਹ ਪ੍ਰਮਾਤਮਾ ਦੇ ਨਾਲੋਂ ਟੁੱਟਦਾ ਜੇ, ਨਾ ਅਮੀਰੀ ਦੇ ਵਿੱਚ ਉਹ ਡੋਲਦਾ ਜੇ, ਤੇ ਨਾ ਗਰੀਬੀ ਉਸ ਨੂੰ ਭਟਕਾ ਸਕਦੀ ਹੈ। ਉਹ ਪੂਰਨ ਤੌਰ ਤੇ ਟਿਕਾ ਦੇ ਵਿੱਚ ਆ ਜਾਂਦਾ ਹੈ। ਜਿਹੜਾ ਟਿਕਾ 'ਚ ਆ ਗਿਆ, ਭਾਈ ਗੁਰਦਾਸ ਜੀ ਕਹਿੰਦੇ ਉਹ ਬਣ ਜਾਂਦਾ ਹੈ ਰਾਜਾ ਜੋਗੀ। ਤੈਸੇ ਗੁਰਸਿੱਖ ਰਾਜਕੁਮਾਰ, ਰਾਜਕੁਮਾਰ ਜੋਗੀਸਰ ਹੈ। ਰਾਜਕੁਮਾਰ ਜੋਗੀਸਰ ਮਤਲਬ ਰਾਜਾ ਜੋਗੀ। ਤੈਸੇ ਗੁਰਸਿੱਖ ਰਾਜਕੁਮਾਰ ਜੋਗੀਸਰ ਹੈ, ਮਾਇਆ ਧਾਰੀ ਭਾਰੀ, ਜੋਗ ਜੁਗਤ ਜੁਗਾਤ ਹੈ। ਚਾਹੇ ਉਹਦੇ ਕੋਲ ਕੁਝ ਹੈ ਮਾਇਆ, ਚਾਹੇ ਨਹੀਂ ਹੈ, ਉਹਨੂੰ ਇਹਦੇ ਨਾਲ ਫਰਕ ਹੀ ਕੋਈ ਨਹੀਂ ਪੈਂਦਾ, ਕਿਉਂਕਿ ਉਹ ਅੰਦਰੋਂ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ। ਜਿਹੜਾ ਅੰਦਰੋਂ ਪ੍ਰਮਾਤਮਾ ਦੇ ਨਾਲ ਜੁੜ ਗਿਆ, ਭਾਈ ਗੁਰਦਾਸ ਜੀ ਕਹਿੰਦੇ ਉਹ ਇਸ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਰਾਜਾ ਜੋਗੀ ਬਣ ਜਾਂਦਾ ਹੈ।
ਉਹ ਅਸਲ ਦੇ ਵਿੱਚ ਜੋਗੀ ਬਣ ਗਿਆ। ਕੇਵਲ ਜੋਗੀ ਨਹੀਂ, ਉਸ ਨੂੰ ਰਾਜਾ ਜੋਗੀ ਕਿਹਾ ਜਾਏਗਾ। ਤੇ ਰਾਜਾ ਜੋਗੀ ਦਾ ਇੱਥੇ ਮਤਲਬ ਕੀ ਹੋ ਗਿਆ ਕਿ ਉਹ ਇਨਸਾਨ ਜਾਂ ਉਹ ਗੁਰਮੁਖ ਪਿਆਰਾ ਜਿਹੜਾ ਮਾਇਆ ਦੇ ਵਿੱਚ ਰਹਿੰਦਾ ਹੋਇਆ ਵੀ ਮਾਇਆ ਤੋਂ ਬਿਲਕੁਲ ਡਿਟੈਚ ਹੈ, ਮਾਇਆ ਤੋਂ ਨਿਰਲੇਪ ਹੈ, ਉਸ ਨੂੰ ਭਾਈ ਗੁਰਦਾਸ ਜੀ ਕਹਿ ਦਿੰਦੇ ਨੇ ਰਾਜਾ ਜੋਗੀ। ਕਿਤੇ ਭਾਈ ਸਾਹਿਬ ਦੀਆਂ ਵਾਰਾਂ ਪੜ੍ਹੋ ਤੇ ਉਹਨਾਂ ਵਾਰਾਂ ਦੇ ਵਿੱਚ ਵੀ ਭਾਈ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਗੁਰਸਿੱਖ ਜੋਗੀ ਜਾਗਦੇ ਮਾਇਆ ਵਿੱਚ ਕਰਨ ਉਦਾਸੀ। ਜਿਹੜੇ ਗੁਰਸਿੱਖ ਨੇ ਗੁਰੂ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾ ਕੇ, ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਕੇ ਕੇਵਲ ਜੋਗੀ ਨਹੀਂ ਬਣਦੇ, ਉਹ ਰਾਜਾ ਜੋਗੀ ਬਣ ਜਾਂਦੇ ਨੇ। ਉਹ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਮਾਇਆ ਤੋਂ ਨਿਰਲੇਪ ਰਹਿੰਦੇ ਨੇ। ਇਸੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਵਾਸਤੇ ਪੱਟ ਸਾਹਿਬਾਨ ਰਾਜਾ ਜੋਗੀ ਵਰਡ ਜਿਹੜਾ ਹੈ ਉਹ ਯੂਜ਼ ਕਰਦੇ ਪਏ ਨੇ। ਇਹ ਲਫ਼ਜ਼ ਨੂੰ ਆਪਣੇ ਨਾਂ ਦੇ ਅੱਗੇ ਲਗਾ ਲੈਣਾ ਅਲੱਗ ਗੱਲ ਹੈ, ਪਰ ਇਸ ਲਫ਼ਜ਼ ਦੇ ਅਕੋਰਡਿੰਗਲੀ ਆਪਣੀ ਲਾਈਫ ਨੂੰ ਬਣਾਉਣਾ ਇਹ ਅਲੱਗ ਗੱਲ ਹੈ। ਜ਼ਮੀਨ ਅਸਮਾਨ ਦਾ ਫਰਕ ਹੈ। ਰਾਜਾ ਜੋਗੀ ਲਫ਼ਜ਼ ਨੂੰ ਆਪਣੇ ਨਾਂ ਦੇ ਅੱਗੇ ਲਗਾਉਣਾ ਬੜਾ ਆਸਾਨ ਹੈ, ਪਰ ਰਾਜਾ ਜੋਗੀ ਬਣਨਾ ਜੀਵਨ ਦੇ ਵਿੱਚ ਉਸੇ ਤਰ੍ਹਾਂ ਮੁਸ਼ਕਲ ਹੈ ਜਿਸ ਤਰ੍ਹਾਂ ਪ੍ਰਮਾਤਮਾ ਤੱਕ ਪਹੁੰਚਣਾ। ਰਾਜਾ ਜੋਗੀ ਲਫ਼ਜ਼ ਨੂੰ ਹਰ ਕੋਈ ਯੂਜ਼ ਕਰ ਸਕਦਾ ਹੈ, ਪਰ ਰਾਜਾ ਜੋਗੀ ਬਣ ਕੋਈ ਵਿਰਲਾ ਸਕਦਾ ਹੈ। ਬਣੇਗਾ ਉਹ ਜਿਹੜਾ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਪੂਰਨ ਤੌਰ ਤੇ ਅਪਣਾਏਗਾ, ਫੋਲੋ ਕਰੇਗਾ। ਇਸੇ ਕਰਕੇ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਆਸਾ ਰਾਗ ਦੇ ਵਿੱਚ, ਪਤਾ ਕੀ ਕਹਿੰਦੇ? ਕਹਿੰਦੇ ਸੁਣ ਮਾਸ਼ਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੈ ਨਹਿ ਡੋਲੇ। ਜੋਗੀ ਕੌਣ ਹੈ? ਰਾਜਾ ਜੋਗੀ ਕੌਣ ਹੈ? ਮਸ਼ਿੰਦਰ ਨਾਥ ਨੂੰ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਆਸਾ ਰਾਗ ਦੇ ਵਿੱਚ। ਕਹਿੰਦੇ ਮਸ਼ਿੰਦਰ ਨਾਥ ਜੀ ਸੁਣੋ, ਅਸਲ ਦੇ ਵਿੱਚ ਜੋਗੀ ਉਹ ਹੈ ਜਿਸ ਨੇ ਆਪਣੇ ਅੰਦਰ ਨੂੰ ਟਿਕਾ ਲਿਆ, ਜਿਹਦਾ ਅੰਦਰ ਟਿਕ ਗਿਆ, ਜਿਹਦੇ ਜਿਹੜੇ ਗਿਆਨ ਇੰਦਰੀ ਨੇ, ਸੈਂਸਸ ਨੇ, ਜਿਹੜੇ 5 ਸੈਂਸਸ ਜਿਹਦੇ ਕੰਟਰੋਲ ਦੇ ਵਿੱਚ ਆ ਗਏ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਅਸਲ ਦੇ ਵਿੱਚ ਰਾਜਾ ਜੋਗੀ ਬਣਦਾ ਹੈ। ਉਹਦਾ ਫਿਰ ਅੰਦਰ ਡੋਲਦਾ ਨਹੀਂ, ਚਾਹੇ ਦੁੱਖ ਆ ਜਾਵੇ, ਚਾਹੇ ਸੁੱਖ ਆ ਜਾਏ, ਚਾਹੇ ਖੁਸ਼ੀ ਹੋਵੇ, ਚਾਹੇ ਗਮੀ ਹੋਵੇ, ਚਾਹੇ ਅਮੀਰੀ ਹੋਵੇ, ਚਾਹੇ ਗਰੀਬੀ ਹੋਵੇ, ਜੀਵਨ ਦੇ ਵਿੱਚ ਕੈਸੇ ਵੀ ਹਾਲਾਤ ਕਿਉਂ ਨਾ ਆ ਜਾਣ, ਉਹਦਾ ਅੰਦਰ ਨਹੀਂ ਜੇ ਡੋਲਦਾ। ਤੇ ਜਿਹਦਾ ਅੰਦਰ ਐਸਾ ਸਟੇਬਲ ਹੋ ਗਿਆ, ਗੁਰੂ ਨਾਨਕ ਸਾਹਿਬ ਕਹਿੰਦੇ ਮਸ਼ਿੰਦਰ ਨਾਥ ਜੀ ਅਸਲੀ ਜੋਗੀ ਹੀ ਉਸ ਨੂੰ ਕਿਹਾ ਜਾਂਦਾ ਹੈ। ਤੇ ਖਿਆਲ ਕਰਿਓ, ਗੁਰੂ ਅਰਜਨ ਸਾਹਿਬ ਵਾਸਤੇ ਜੋਗੀਆਂ ਨੇ ਐਵੇਂ ਹੀ ਇਹ ਵਰਡ ਯੂਜ਼ ਨਹੀਂ ਕਰ ਦਿੱਤੇ। ਸਤਿਗੁਰਾਂ ਦਾ ਸ਼ਹੀਦੀ ਪੁਰਬ ਮਨਾਉਂਦੇ ਪਏ ਆ, ਤੇ ਸਤਿਗੁਰਾਂ ਦਾ ਜਿਹੜਾ ਸ਼ਹਾਦਤ ਵਾਲਾ ਇਤਿਹਾਸ ਹੈ ਨਾ, ਉਸ ਨੂੰ ਪੜ੍ਹ ਕੇ ਦੇਖਿਓ। ਜਿਹੜੇ ਲਫ਼ਜ਼, ਜਿਹੜੇ ਬਚਨ ਗੁਰੂ ਅਰਜਨ ਸਾਹਿਬ ਵਾਸਤੇ ਭੱਟ ਸਾਹਿਬਾਨ ਯੂਜ਼ ਕਰਦੇ ਪਏ ਨੇ, ਉਹਨਾਂ ਲਫ਼ਜ਼ਾਂ ਨੂੰ, ਉਹਨਾਂ ਵਰਡਸ ਨੂੰ ਗੁਰੂ ਸਾਹਿਬ ਨੇ ਪ੍ਰੈਕਟੀਕਲੀ ਆਪਣੇ ਜੀਵਨ ਦੇ ਵਿੱਚ ਪ੍ਰੂਵ ਕਰਕੇ ਦਿਖਾਇਆ ਹੈ। ਸਤਿਗੁਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਜਹਾਂਗੀਰ ਦੇ ਹੁਕਮ ਦੇ ਨਾਲ। ਹੁਣ ਦੇਖੋ, ਸ਼ਹਾਦਤ ਦੇ ਸੰਬੰਧ ਦੇ ਵਿੱਚ ਵੀ ਗੁਰੂ ਅਰਜਨ ਸਾਹਿਬ ਦੇ ਬਾਰੇ ਵੱਖ-ਵੱਖ ਵਿਚਾਰ ਪੇਸ਼ ਕੀਤੇ ਗਏ ਨੇ। ਕੋਈ ਕੁਝ ਕਹਿ ਰਿਹਾ ਹੈ, ਕੋਈ ਕੁਝ ਕਹਿ ਰਿਹਾ ਹੈ। ਕੁਝ ਐਸੀਆਂ ਕਹਾਣੀਆਂ ਨਾਲ ਜੋੜ ਦਿੱਤੀਆਂ ਗਈਆਂ ਜਿਨ੍ਹਾਂ ਦਾ ਓਰੀਜਨਲ ਹਿਸਟਰੀ ਦੇ ਨਾਲ ਸੰਬੰਧ ਹੀ ਕੋਈ ਨਹੀਂ। ਕੁਝ ਐਸੀਆਂ ਮਨ ਘੜਤ ਗੱਲਾਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਨਾਲ ਜੋੜ ਦਿੱਤੀਆਂ ਗਈਆਂ ਜਿਹੜੀਆਂ ਸਤਿਗੁਰਾਂ ਦੇ ਸਿਧਾਂਤ ਦੇ ਨਾਲ ਮੇਲ ਹੀ ਨਹੀਂ ਖਾਂਦੀਆਂ। ਜਹਾਂਗੀਰ ਜਿਹੜਾ ਕਿ ਆਪਣੀ ਬਾਇਓਗ੍ਰਾਫੀ ਦੇ ਵਿੱਚ ਲਿਖਦਾ ਹੈ ਕਿ ਗੁਰੂ ਅਰਜਨ ਸਾਹਿਬ ਬਾਰੇ ਲਫ਼ਜ਼ ਬੜੇ ਅਪਮਾਨਜਨਕ ਡਿਸਰਿਸਪੈਕਟਫੁਲ ਯੂਜ਼ ਕਰਦਾ ਹੈ ਗੁਰੂ ਅਰਜਨ ਸਾਹਿਬ ਵਾਸਤੇ। ਗੁਰੂ ਨਾਨਕ ਸਾਹਿਬ ਦੇ ਇਸ ਘਰ ਵਾਸਤੇ ਬੜੇ ਮਾੜੇ ਲਫ਼ਜ਼ ਉਹਨੇ ਯੂਜ਼ ਕੀਤੇ। ਉਹ ਪਤਾ ਕੀ ਕਹਿੰਦਾ? ਕਹਿੰਦਾ ਮੈਂ ਕਈ ਲੰਬੇ ਸਮੇਂ ਤੋਂ ਦੇਖਦਾ ਆ ਰਿਹਾ ਸਾਂ ਕਿ ਇਹ ਇੱਕ ਝੂਠ ਦੀ ਦੁਕਾਨ। ਲਫ਼ਜ਼ ਸੁਣਿਓ ਉਹਦੇ ਕੀ ਯੂਜ਼ ਕਰਦਾ ਹੈ ਗੁਰੂ ਨਾਨਕ ਸਾਹਿਬ ਦੇ ਘਰ ਵਾਸਤੇ, ਗੁਰੂ ਅਰਜਨ ਸਾਹਿਬ ਦੇ ਘਰ ਵਾਸਤੇ। ਕਹਿੰਦਾ ਮੈਂ ਦੇਖਦਾ ਪਿਆ ਸਾਂ ਲੰਬੇ ਸਮੇਂ ਤੋਂ ਕਿ ਇਹ ਇੱਕ ਝੂਠ ਦੀ ਦੁਕਾਨ ਬੜੀ ਤੇਜ਼ੀ ਦੇ ਨਾਲ ਅੱਗੇ ਵਧਦੀ ਪਈ ਹੈ। ਹੁਣ ਝੂਠ ਦੀ ਦੁਕਾਨ ਦਾ ਮਤਲਬ ਹੈ ਕਿ ਉਹ ਜਹਾਂਗੀਰ ਗੁਰੂ ਨਾਨਕ ਸਾਹਿਬ ਦੇ ਇਸ ਘਰ ਨੂੰ ਝੂਠ ਦੀ ਦੁਕਾਨ ਦੇ ਨਾਲ ਕੰਪੇਅਰ ਕਰਦਾ ਪਿਆ ਹੈ। ਤੇ ਉਹ ਕੀ ਕਹਿੰਦਾ ਅੱਗੇ? ਕਹਿੰਦਾ ਮੇਰੇ ਮਨ ਦੇ ਵਿੱਚ ਇਹ ਖੁਆਇਸ਼ ਸੀ ਕਿ ਮੈਂ ਇਸ ਝੂਠ ਦੀ ਦੁਕਾਨ ਨੂੰ ਹਮੇਸ਼ਾ ਵਾਸਤੇ ਬੰਦ ਕਰ ਦੇਵਾਂ। ਹੁਣ ਸਤਿਗੁਰਾਂ ਦੀ ਸ਼ਹੀਦੀ ਦੇ ਲਈ ਰੀਜ਼ਨਸ ਕਈ ਨੇ, ਪਰ ਮੇਨ ਰੀਜ਼ਨ ਕੀ ਹੈ? ਉਹ ਇਹ ਜਹਾਂਗੀਰ ਦੀ ਧਾਰਮਿਕ ਕੱਟੜਤਾ, ਸਟ੍ਰਿਕਟਨੈਸ। ਉਹ ਬੜਾ ਕੱਟੜ ਮੁਸਲਮਾਨ ਹੈ ਜਹਾਂਗੀਰ।
ਉਹ ਨਹੀਂ ਚਾਹੁੰਦਾ ਕਿ ਮੇਰੇ ਰਾਜ ਦੇ ਵਿੱਚ ਇਸਲਾਮ ਤੋਂ ਇਲਾਵਾ ਕੋਈ ਹੋਰ ਧਰਮ ਜਿਹੜਾ ਹੈ ਉਹ ਅੱਗੇ ਵੱਧ ਸਕੇ। ਇਸੇ ਕਰਕੇ ਉਹ ਇਸ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਬੰਦ ਕਰਨਾ ਚਾਹੁੰਦਾ ਹੈ, ਤੇ ਬੰਦ ਕਰਨ ਦੇ ਲਈ ਉਹ ਚਾਹੁੰਦਾ ਸੀ ਕਿ ਉਸ ਨੂੰ ਕੋਈ ਪੁਆਇੰਟ ਮਿਲੇ ਜਿਹਦੇ ਕਰਕੇ ਉਹ ਇਸ ਘਰ ਨੂੰ ਬੰਦ ਕਰ ਸਕੇ। ਤੇ ਉਹਨੂੰ ਫਿਰ ਮੌਕਾ ਮਿਲਿਆ। ਮੌਕਾ ਕਦੋਂ ਮਿਲਿਆ? ਜਦੋਂ ਉਹਦੇ ਹੀ ਪੁੱਤਰ ਖੁਸਰੋ ਨੇ ਉਹਦੇ ਖਿਲਾਫ ਬਗਾਵਤ ਕਰ ਦਿੱਤੀ। ਬਸ ਇਸ ਬਗਾਵਤ ਦੇ ਪੁਆਇੰਟ ਨੂੰ ਲੈ ਕੇ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਹੁਕਮ ਜਾਰੀ ਕਰ ਦਿੱਤਾ। ਜਦੋਂ ਖੁਸਰੋ ਬਗਾਵਤ ਕਰਦਾ ਹੈ ਤੇ ਉਹਦਾ ਪਿੱਛਾ ਹੋ ਰਿਹਾ ਹੈ, ਜਹਾਂਗੀਰ ਦੀ ਫੌਜ ਜਿਹੜੀ ਉਹਦਾ ਪਿੱਛਾ ਕਰਦੀ ਪਈ ਹੈ, ਤੇ ਜਹਾਂਗੀਰ ਨੂੰ ਇਹ ਖਬਰ ਦਿੱਤੀ ਜਾਂਦੀ ਹੈ ਕਿ ਗੁਰੂ ਅਰਜਨ ਸਾਹਿਬ ਨੇ ਬਾਗੀ ਖੁਸਰੋ ਦੀ ਮਦਦ ਕੀਤੀ ਹੈ ਤੇ ਨਾਲ ਹੀ ਉਹਦੇ ਵਾਸਤੇ ਅਰਦਾਸ ਵੀ ਕੀਤੀ ਹੈ, ਉਹਦੇ ਵਾਸਤੇ ਦੁਆ ਵੀ ਕੀਤੀ ਹੈ। ਤੇ ਬਸ ਇਸ ਗੱਲ ਨੂੰ ਆਧਾਰ ਬਣਾ ਕੇ ਬਿਨਾਂ ਇਨਵੈਸਟੀਗੇਸ਼ਨ ਕੀਤੇ ਜਹਾਂਗੀਰ, ਕਿਉਂਕਿ ਉਸ ਨੂੰ ਤਾਂ ਇੱਕ ਮੌਕਾ ਚਾਹੀਦਾ ਸੀ ਤੇ ਮੌਕਾ ਮਿਲਿਆ, ਤੇ ਉਸਨੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਇਨਵੈਸਟੀਗੇਸ਼ਨ ਕੀਤੀ ਜਾਵੇ, ਤੇ ਜਹਾਂਗੀਰ ਨੇ ਹੁਕਮ ਜਾਰੀ ਕਰ ਦਿੱਤਾ ਕਿ ਗੁਰੂ ਅਰਜਨ ਸਾਹਿਬ ਦਾ ਘਰ ਘਾਟ ਜ਼ਬਤ ਕਰਕੇ, ਜ਼ਮੀਨ ਜਾਇਦਾਦ ਜ਼ਬਤ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਾਵੇ। ਸਤਿਗੁਰਾਂ ਨੂੰ ਮੁਰਤਜ਼ਾ ਖਾਨ ਜਿਹਦੀ ਡਿਊਟੀ ਲਗਾਈ ਜਾਂਦੀ ਹੈ ਜਹਾਂਗੀਰ ਵੱਲੋਂ, ਉਹ ਗ੍ਰਿਫਤਾਰ ਕਰਕੇ ਲਾਹੌਰ ਲੈ ਕੇ ਜਾਂਦਾ ਹੈ। ਉੱਥੇ ਸਤਿਗੁਰਾਂ ਨੂੰ ਸ਼ਹੀਦ ਕਰਨ ਵਾਸਤੇ ਜਹਾਂਗੀਰ ਵੱਲੋਂ ਕਾਜ਼ੀ ਨੂੰ ਕਿਹਾ ਜਾਂਦਾ ਹੈ ਕਿ ਫਤਵਾ ਲਗਾਇਆ ਜਾਵੇ। ਫਤਵਾ ਲਗਾਇਆ ਜਾਂਦਾ ਹੈ। ਕਾਜ਼ੀ ਕਹਿੰਦਾ ਹੈ ਕਿ ਇਹਨਾਂ ਨੂੰ ਯਾਸਾ ਦੇ ਕਾਨੂੰਨ ਦੇ ਅਕੋਰਡਿੰਗ ਟੂ ਯਾਸਾ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇ। ਯਾਸਾ ਇੱਕ ਐਸਾ ਕਾਨੂੰਨ ਹੈ ਜਿਸ ਦੇ ਅਕੋਰਡਿੰਗਲੀ, ਜਿਸ ਨੂੰ ਇਹਦੇ ਮੁਤਾਬਕ ਸਜ਼ਾ ਦਿੱਤੀ ਜਾਵੇਗੀ, ਇਹ ਖਾਸ ਖਿਆਲ ਰੱਖਿਆ ਜਾਂਦਾ ਹੈ ਉਸ ਕਾਨੂੰਨ ਦੇ ਅਕੋਰਡਿੰਗਲੀ ਕਿ ਜਿਸ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਉਹਦੇ ਸਰੀਰ ਦਾ ਖੂਨ ਜ਼ਮੀਨ ਤੇ ਨਾ ਗਿਰੇ। ਇਹ ਖਿਆਲ ਰੱਖਿਆ ਜਾਂਦਾ ਹੈ ਕਿ ਉਹਦੇ ਸਰੀਰ ਦੇ ਵਿੱਚੋਂ ਖੂਨ ਨਾ ਨਿਕਲੇ। ਇਹ ਯਾਸਾ ਦਾ ਕਾਨੂੰਨ ਹੈ, ਤੇ ਇਸ ਯਾਸਾ ਦੇ ਕਾਨੂੰਨ ਦੇ ਮੁਤਾਬਕ ਸਤਿਗੁਰਾਂ ਨੂੰ ਸਜ਼ਾ ਸੁਣਾ ਦਿੱਤੀ ਗਈ। ਤੇ ਜਦੋਂ ਸਜ਼ਾ ਸੁਣਾਈ ਗਈ, ਇੱਥੇ ਇੱਕ ਇਲਜ਼ਾਮ ਵੀ ਗੁਰੂ ਅਰਜਨ ਸਾਹਿਬ ਉੱਤੇ ਲਗਾਇਆ ਗਿਆ। ਦਬਿਸਤਾਨ ਮੁਜਾਹਬ ਇੱਕ ਫਾਰਸੀ ਦਾ ਸਰੋਤ ਹੈ, ਫਾਰਸੀ ਦਾ ਇੱਕ ਬੁੱਕ ਕਹਿ ਲਈਏ, ਜਿਹਦੇ ਵਿੱਚ ਸਤਿਗੁਰਾਂ ਦੀ ਸ਼ਹਾਦਤ ਦੇ ਸੰਬੰਧ ਵਿੱਚ ਜ਼ਿਕਰ ਕੀਤਾ ਗਿਆ। ਉਹਨੇ ਇਹ ਲਿਖਿਆ ਹੈ, ਕਹਿੰਦਾ ਕਿ ਗੁਰੂ ਅਰਜਨ ਸਾਹਿਬ ਜੁਰਮਾਨਾ ਨਾ ਦੇ ਸਕੇ। ਜੁਰਮਾਨਾ ਕਿਹੜਾ? ਜਹਾਂਗੀਰ ਨੂੰ ਪਤਾ ਲੱਗਾ ਕਿ ਖੁਸਰੋ ਦੀ ਮਦਦ ਕੀਤੀ ਹੈ, ਤੇ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਇਸ ਦੋਸ਼ ਦੇ ਅਧੀਨ ਜੁਰਮਾਨਾ ਕਰ ਦਿੱਤਾ ਕਿ ਤੁਸੀਂ ਜੁਰਮਾਨਾ ਪੇ ਕਰੋ, ਤੇ ਗੁਰੂ ਅਰਜਨ ਸਾਹਿਬ ਨੇ ਮਨਾ ਕਰ ਦਿੱਤਾ ਜੁਰਮਾਨਾ ਦੇਣ ਤੋਂ। ਤੇ ਦਬਿਸਤਾਨ ਮੁਜਾਹਿਬ ਦਾ ਜਿਹੜਾ ਕਰਤਾ ਰਾਈਟਰ ਹੈ ਮੁਹਸਨ ਫਾਨੀ, ਉਹ ਕਹਿੰਦਾ ਹੈ ਕਿ ਗੁਰੂ ਅਰਜਨ ਸਾਹਿਬ ਜੁਰਮਾਨਾ ਨਾ ਦੇ ਸਕੇ। ਜਦੋਂ ਨਾ ਦੇ ਸਕੇ ਦਾ ਵਰਡ ਉਹ ਯੂਜ਼ ਕਰਦਾ ਹੈ ਨਾ, ਤੇ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਉਹਦੇ ਅਕੋਰਡਿੰਗਲੀ ਗੁਰੂ ਅਰਜਨ ਸਾਹਿਬ ਜੁਰਮਾਨਾ ਪੇ ਨਹੀਂ ਸੀ ਕਰ ਸਕਦੇ, ਕਿਉਂਕਿ ਉਹਨਾਂ ਦੇ ਕੋਲ ਪੈਸਾ ਕੋਈ ਨਹੀਂ। ਤੇ ਜਦੋਂ ਜੁਰਮਾਨਾ ਨਾ ਦੇ ਸਕੇ ਤੇ ਫਿਰ ਉਹਨਾਂ ਨੂੰ ਕਹਿੰਦੇ ਲਾਹੌਰ ਦੇ ਰੇਗਿਸਤਾਨ ਦੇ ਵਿੱਚ, ਕਹਿ ਲਈਏ ਰੇਤਾ ਦੇ ਵਿੱਚ, ਸੈਂਡ ਦੇ ਵਿੱਚ ਉਹਨਾਂ ਨੂੰ ਸੁੱਟ ਦਿੱਤਾ ਗਿਆ। ਗਰਮੀਆਂ ਦਾ ਮੌਸਮ, ਮੁਹਸਨ ਫਾਨੀ ਨੇ ਇਹੀ ਲਫ਼ਜ਼ ਯੂਜ਼ ਕੀਤੇ। ਕਹਿੰਦਾ ਜੁਰਮਾਨਾ ਨਾ ਦੇ ਸਕੇ ਤੇ ਉਹਨਾਂ ਨੂੰ ਲਾਹੌਰ ਦੇ ਸੈਂਡ ਦੇ ਵਿੱਚ, ਰੇਤ ਦੇ ਵਿੱਚ ਸੁੱਟ ਦਿੱਤਾ ਗਿਆ। ਭੁੱਖੇ ਪਿਆਸੇ, ਖਾਣ ਨੂੰ ਕੁਝ ਨਹੀਂ, ਪੀਣ ਨੂੰ ਕੁਝ ਨਹੀਂ, ਤੇ ਰੇਤ ਦੇ ਵਿੱਚ ਤਪਦੀ ਗਰਮੀ, ਤੇ ਉੱਥੇ ਹੀ ਉਹ ਫਿਰ ਆਪਣਾ ਦਮ ਤੋੜ ਜਾਂਦੇ ਨੇ ਭੁੱਖੇ ਪਿਆਸੇ। ਉਹਨੇ ਸ਼ਹਾਦਤ ਦਾ ਜ਼ਿਕਰ ਕਰਦਿਆਂ ਹੋਇਆ ਸਿਰਫ ਇੰਨੀ ਕੁ ਗੱਲ ਕਹਿ ਕੇ ਸਮਾਪਤੀ ਕਰ ਦਿੱਤੀ। ਪਰ ਵੈਸੇ ਇਸ ਤਰ੍ਹਾਂ ਹੋਇਆ ਨਹੀਂ। ਸਤਿਗੁਰਾਂ ਨੂੰ ਯਾਸਾ ਦੇ ਅਧੀਨ ਸਜ਼ਾ ਸੁਣਾਈ ਗਈ, ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ। ਤਸੀਹੇ ਦੇ ਨੇ ਟਾਰਚਰ ਕਰਨਾ ਸਟਾਰਟ ਕੀਤਾ। ਤੱਤੀ ਤਵੀ ਤੇ ਬਿਠਾਇਆ, ਸੀਸ ਦੇ ਵਿੱਚ ਗਰਮ ਰੇਤ, ਗੁਰਦਿੱਤਾ ਪੜਪੂੰਜਾ ਸੀਸ ਦੇ ਵਿੱਚ ਗਰਮ ਰੇਤ ਪਾ ਰਿਹਾ ਹੈ, ਤੇ ਇਸ ਤੋਂ ਬਾਅਦ ਸਤਿਗੁਰਾਂ ਨੂੰ ਉਬਲਦੀ ਹੋਈ ਦੇਗ ਦੇ ਵਿੱਚ ਵੀ ਬਿਠਾਇਆ ਜਾਂਦਾ ਹੈ। ਤੱਤੀ ਤਵੀ ਤੇ ਸਤਿਗੁਰੂ ਜੀ ਬੈਠਦੇ ਨੇ, ਗਰਮ ਰੇਤ ਸੀਸ ਦੇ ਵਿੱਚ ਪੈਂਦੀ ਹੈ, ਉਬਲਦੀ ਹੋਈ ਦੇਗ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਬੜੇ ਸ਼ਾਂਤਮਈ ਬੈਠਦੇ ਨੇ। ਹੁਣ ਇਹ ਤਿੰਨੋਂ ਚੀਜ਼ਾਂ, ਆਪਣੀ ਸੁਰਤ ਨੂੰ ਆਪਾਂ ਲਾਹੌਰ ਲੈ ਕੇ ਜਾਈਏ ਉਸ ਟਾਈਮ ਤੇ, ਆਪਣੀ ਸੁਰਤ ਉੱਥੇ ਲੈ ਕੇ ਜਾਈਏ, ਤੇ ਭੱਟ ਸਾਹਿਬਾਨਾਂ ਦਾ ਇਹ ਬਚਨ ਪੜ੍ਹੀਏ ਜਿਹਦੇ ਵਿੱਚ ਭੱਟ ਸਾਹਿਬਾਨ ਕਹਿੰਦੇ ਪਏ ਨੇ, ਗੁਰ ਪਰਚੈ ਪ੍ਰਵਾਨ ਰਾਜ ਮਹਿ ਜੋਗ ਕਮਾਇਓ। ਹੁਣ ਦੇਖੋ, ਕਦੇ ਉਹ ਸਮਾਂ ਸੀ ਜਦੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਸਿੱਖ ਆ ਰਹੇ ਨੇ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਭੇਟਾਵਾਂ ਸਤਿਗੁਰਾਂ ਦੇ ਅੱਗੇ ਰੱਖੀਆਂ ਜਾ ਰਹੀਆਂ ਨੇ।
ਬੜੀ ਰੌਣਕ ਹੈ ਅੰਮ੍ਰਿਤਸਰ ਦੇ ਵਿੱਚ, ਇਦਾਂ ਕਹਿ ਲਈਏ ਕਿ ਖੁਸ਼ੀ ਦਾ ਮਾਹੌਲ ਹੈ। ਤੇ ਇਸ ਮਾਹੌਲ ਦੇ ਵਿੱਚ ਵੀ ਗੁਰੂ ਅਰਜਨ ਸਾਹਿਬ ਪੂਰਨ ਟਿਕਾ ਦੇ ਵਿੱਚ ਨੇ। ਤੇ ਜਦੋਂ ਅੱਜ ਸਤਿਗੁਰਾਂ ਨੂੰ ਤਸੀਹੇ ਦਿੱਤੇ ਜਾ ਰਹੇ ਨੇ, ਟੌਰਚਰ ਕੀਤਾ ਜਾ ਰਿਹਾ ਹੈ, ਤੇ ਸਤਿਗੁਰੂ ਜੀ ਅੱਜ ਵੀ ਉਸੇ ਹੀ ਟਿਕਾ ਦੇ ਵਿੱਚ ਬੈਠੇ ਹੋਏ ਨੇ। ਉਹੀ ਕਾਮਨੈਸ ਜਿਹੜੀ ਅੰਮ੍ਰਿਤਸਰ ਦੀ ਧਰਤੀ ਤੇ ਸੀ, ਅੱਜ ਵੀ ਉਹੀ ਹੈ। ਸਾਈਂ ਮੀਆਂ ਮੀਰ ਜੀ ਆਏ, ਜਦੋਂ ਤਸੀਹੇ ਦਿੱਤੇ ਜਾ ਰਹੇ ਨੇ, ਸਾਈਂ ਮੀਆਂ ਮੀਰ ਜੀ ਆਏ, ਤੇ ਜਦੋਂ ਗੁਰੂ ਅਰਜਨ ਸਾਹਿਬ ਵੱਲ ਦੇਖਿਆ ਤੇ ਸਾਈਂ ਮੀਆਂ ਮੀਰ ਜੀ ਬੜੇ ਵਿਆਕੁਲ ਹੋਏ, ਰੋਏ। ਤੇ ਉੱਥੇ ਮੀਆਂ ਮੀਰ ਜੀ ਨੇ ਇੱਕ ਬਚਨ ਕਿਹਾ ਗੁਰੂ ਅਰਜਨ ਸਾਹਿਬ ਨੂੰ, ਕਹਿਣ ਲੱਗੇ, ਪਾਤਸ਼ਾਹ, ਜੇਕਰ ਤੁਹਾਡੀ ਆਗਿਆ ਹੋਵੇ ਤੇ ਮੈਂ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਸਕਦਾ, ਲਾਹੌਰ ਦਾ ਤਖਤਾ ਪਲਟ ਸਕਦਾ, ਤੁਸੀਂ ਆਗਿਆ ਦਿਓ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਫਿਰ ਉੱਥੇ ਇੱਕ ਬਚਨ ਕਿਹਾ ਸਾਈਂ ਮੀਆਂ ਮੀਰ ਜੀ ਨੂੰ। ਤੇ ਜੋ ਗੁਰੂ ਅਰਜਨ ਸਾਹਿਬ ਨੇ ਉੱਥੇ ਸਾਈਂ ਮੀਆਂ ਮੀਰ ਜੀ ਨੂੰ ਕਿਹਾ, ਉਸ ਬਚਨ ਨੂੰ ਕਿਸੇ ਕਵੀ ਨੇ ਆਪਣੇ ਅੰਦਾਜ਼ ਦੇ ਵਿੱਚ ਬੜਾ ਪਿਆਰਾ ਲਿਖਿਆ। ਪਤਾ ਕੀ ਕਹਿੰਦਾ ਉਹ ਕਵੀ? ਕਹਿੰਦਾ, ਚਾਰੋਂ ਤਰਫੋਂ ਅੱਗ ਬਰਸੇ, ਸੇਕ ਸੀ ਤਨ ਸਾੜਦਾ। ਚਾਰੋਂ ਤਰਫੋਂ ਅੱਗ ਬਰਸੇ, ਇਹਦਾ ਮਤਲਬ ਹੈ ਜਦੋਂ ਚਾਰੋਂ ਤਰਫੋਂ ਅੱਗ ਲਫ਼ਜ਼ ਉਹ ਯੂਜ਼ ਕਰਦਾ ਪਿਆ ਹੈ, ਇਹਦਾ ਮਤਲਬ ਹੈ ਕਿ ਇੱਕ ਤਾਂ ਜੇਠ ਦਾ ਸਿਖਰ ਗਰਮੀ ਦਾ ਮੌਸਮ ਹੈ, ਤਵੀ ਵੀ ਤੱਤੀ ਹੈ, ਸੀਸ ਦੇ ਵਿੱਚ ਰੇਤਾ ਵੀ ਗਰਮ ਪੈ ਰਹੀ ਹੈ, ਉਬਲਦਾ ਹੋਇਆ ਪਾਣੀ ਵੀ ਗਰਮ ਹੈ, ਜਹਾਂਗੀਰ ਵੀ ਤੱਤਾ ਹੈ, ਚੰਦੂ ਵੀ ਤੱਤਾ ਹੈ, ਮੁਰਤਜ਼ਾ ਖਾਨ ਵੀ ਤੱਤਾ ਹੈ, ਸ਼ੇਖ ਅਹਿਮਦ ਸਰਹੰਦੀ ਵੀ ਤੱਤਾ ਹੈ, ਸਾਰੇ ਤੱਤੇ ਨੇ। ਸੋ ਇਸੇ ਕਰਕੇ ਉਹਨੇ ਲਫ਼ਜ਼ ਯੂਜ਼ ਕੀਤਾ, ਕਹਿੰਦਾ, ਚਾਰੋਂ ਤਰਫੋਂ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਛਾਲੇ ਛਾਲੇ ਹੋ ਗਿਆ ਮਤਲਬ ਸਾਰਾ ਸਰੀਰ ਜਿਹੜਾ ਹੈ ਨਾ ਜੀ, ਉਹਦੇ ਉੱਤੇ ਛਾਲੇ ਹੋ ਗਏ ਨੇ। ਜੁੱਸਾ, ਜੁੱਸਾ ਮਤਲਬ ਸਰੀਰ। ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਜਦ ਆ ਹਾਲ ਡਿੱਠਾ ਜਾਰ ਦਾ, ਉਹ ਹੋ ਵਿਆਕੁਲ ਰੋ ਪਿਆ, ਚੀਕਾਂ ਤੇ ਧਾਹੀ ਮਾਰਦਾ। ਸਾਈਂ ਮੀਆਂ ਮੀਰ ਜੀ ਬੜੇ ਵਿਆਕੁਲ ਹੋਏ ਤੇ ਕਿਹਾ, ਸਤਿਗੁਰੂ ਜੀ ਆਗਿਆ ਦਿਓ, ਮੈਂ ਇੱਟ ਨਾਲ ਇੱਟ ਖੜਕਾ ਦਿਆਂਗਾ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉੱਥੇ ਬਚਨ ਕਿਹਾ, ਕੀ ਕਹਿਣ ਲੱਗੇ? ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਿਹਾ, ਹਮ ਸ਼ਾਂਤ ਹੈ ਹਰੀ ਨਾਮ ਸੇ। ਇਹ ਹੈ ਰਾਜਾ ਜੋਗੀ ਦੀ ਡੈਫੀਨੇਸ਼ਨ। ਜਦੋਂ ਸੁਖ ਸੀ ਜੇ ਸੁਖ ਦੇ, ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ। ਇਹ ਰਾਜਾ ਜੋਗੀ ਦੀ ਡੈਫੀਨੇਸ਼ਨ ਹੈ। ਇਹਨੂੰ ਕਹਿੰਦੇ ਨੇ ਅਸਲੀ ਰਾਜਾ ਜੋਗੀ, ਜਿਹੜਾ ਖੁਸ਼ੀ ਦੇ ਸਮੇਂ ਵੀ ਸਟੇਬਲ ਹੈ, ਤੇ ਜਦੋਂ ਇੰਨੇ ਦੁੱਖ ਜੀਵਨ ਦੇ ਵਿੱਚ ਆਏ, ਮਨ ਅਜੇ ਵੀ ਟਿਕਿਆ ਹੋਇਆ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਆਪਣੇ ਬਚਨ ਨੇ। ਗੁਰੂ ਅਰਜਨ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ, ਹੇ ਮੇਰੇ ਮਾਲਕ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਕਹਿੰਦੇ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ, ਆਪਣਾ ਚਲਤੈ ਰਾਖਿਓ ਚੀਤ। ਇਹ ਵੀ ਕਹਿ ਦਿੱਤਾ ਗੁਰੂ ਅਰਜਨ ਸਾਹਿਬ ਨੇ, ਕਹਿੰਦੇ, ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨਹੀਂ ਮੋਰਿਓ। हे ਮੇਰੇ ਮਾਲਕ, ਜਿਸ ਤਰ੍ਹਾਂ ਤੁਹਾਡਾ ਹੁਕਮ ਹੈ, ਮੇਰੀ ਸੱਚੀ ਸਰਕਾਰ, ਮੇਰੇ ਮਾਲਕ ਪ੍ਰਮਾਤਮਾ, ਜਿਸ ਤਰ੍ਹਾਂ ਤੁਹਾਡਾ ਹੁਕਮ ਸੀ, ਉਸ ਹੁਕਮ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਸਤ ਕਰਕੇ ਪ੍ਰਵਾਨ ਕਰਕੇ ਮੰਨਿਆ। ਚਾਹੇ ਜੀਵਨ ਨੂੰ ਕੁਰਬਾਨ ਕਰਨਾ ਪੈ ਗਿਆ, ਪਰ ਤੁਹਾਡੇ ਹੁਕਮ ਤੋਂ ਮੁਖ ਨਹੀਂ ਮੋੜਿਆ। ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨਹੀਂ ਮੋਰਿਓ। ਮੇਰੇ ਮਾਲਕ ਜੀ, ਜਿਸ ਤਰ੍ਹਾਂ ਦਾ ਤੁਹਾਡਾ ਹੁਕਮ ਸੀ, ਉਸ ਨੂੰ ਮੈਂ ਪ੍ਰਵਾਨ ਕੀਤਾ। ਪ੍ਰਵਾਨ ਕਿਸ ਤਰੀਕੇ ਦੇ ਨਾਲ ਕੀਤਾ? ਕਿਤੇ ਬਚਨ ਪੜੋ ਗੁਰੂ ਅਰਜਨ ਸਾਹਿਬ ਦਾ, ਕਹਿੰਦੇ, ਉਲਾਹਣੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਕਹਿੰਦੇ, ਉਹ ਤੁਹਾਡੇ ਹੁਕਮ ਨੂੰ ਮੈਂ ਇਹ ਨਹੀਂ ਕਿ ਮਜਬੂਰੀ ਵਸ ਮੰਨਿਆ, ਨਹੀਂ, ਮੈਂ ਮਿੱਠਾ ਕਰਕੇ ਮੰਨਿਆ, ਮੈਨੂੰ ਤੁਹਾਡਾ ਹੁਕਮ ਚੰਗਾ ਲੱਗਾ। ਮੈਂ ਕੋਈ ਉਲਾਹਣੋ ਕੋਈ ਕੰਪਲੇਨ ਤੁਹਾਨੂੰ ਨਹੀਂ ਕੀਤੀ, ਕਿਉਂਕਿ ਤੁਹਾਡਾ ਹੁਕਮ ਮੈਨੂੰ ਮਿੱਠਾ ਕਰਕੇ ਲੱਗਿਆ। ਇਹ ਰਾਜਾ ਜੋਗੀ ਦੀ ਡੈਫੀਨੇਸ਼ਨ ਹੈ। ਕੋਈ ਆਮ ਇਨਸਾਨ ਸੁੱਖ ਦੇ ਵਿੱਚ ਤਾਂ ਰੱਬ ਨੂੰ ਭੁੱਲ ਜਾਏਗਾ, ਦੁੱਖ ਆਏਗਾ ਜੀਵਨ ਦੇ ਵਿੱਚ ਯਾਦ ਕਰੇਗਾ। ਜਦੋਂ ਜੀਵਨ ਦੇ ਵਿੱਚ ਕਿਤੇ ਦੁੱਖ ਆਇਆ, ਉਦੋਂ ਰੱਬ ਦਾ ਸਹਾਰਾ ਮੰਗੇਗਾ, ਡੋਲੇਗਾ। ਪਰ ਜਿਹੜਾ ਸੱਚਮੁੱਚ ਅੰਦਰੋਂ ਰਾਜਾ ਜੋਗੀ ਬਣ ਗਿਆ, ਚਾਹੇ ਉਹਨੂੰ ਆਪਣੇ ਸਰੀਰ ਨੂੰ ਕੁਰਬਾਨ ਹੀ ਕਿਉਂ ਨਾ ਕਰਨਾ ਪਏ, ਡੋਲੇਗਾ ਕਦੇ ਵਾਸਤੇ ਨਹੀਂ। ਤੇ ਸਤਿਗੁਰਾਂ ਨੂੰ ਤਸੀਹੇ ਦਿੱਤੇ ਗਏ। ਤੱਤੀ ਤਵੀ ਤੇ ਬੈਠੇ ਸਤਿਗੁਰੂ ਜੀ, ਗਰਮ ਰੇਤਾ ਸੀਸ ਦੇ ਵਿੱਚ ਪਈ, ਉਬਲਦੀ ਹੋਈ ਦੇਗ ਦੇ ਵਿੱਚ ਸਤਿਗੁਰਾਂ ਨੂੰ ਬਿਠਾਇਆ ਗਿਆ। ਇੱਥੇ ਹੀ ਬਸ ਨਹੀਂ, ਸਤਿਗੁਰਾਂ ਨੂੰ ਦੇਗ ਦੇ ਵਿੱਚੋਂ ਨਿਕਾਲ ਕੇ
ਸਰੀਰ ਬਿਲਕੁਲ ਚੱਲਣ ਤੋਂ ਅਸਮਰੱਥ ਹੈ, ਸਤਿਗੁਰਾਂ ਨੂੰ ਉਠਾ ਕੇ ਸਿਪਾਹੀ ਜਿਹੜੇ ਨੇ ਉਹ ਰਾਵੀ ਦਰਿਆ ਦੇ ਕਿਨਾਰੇ, ਰਿਵਰ ਆਫ ਰਾਵੀ ਦਰਿਆ ਦੇ ਕਿਨਾਰੇ ਤੇ ਲੈ ਜਾਂਦੇ ਨੇ ਤੇ ਉਸ ਰਾਵੀ ਦੇ ਦਰਿਆ ਦੇ ਵਿੱਚ ਸਤਿਗੁਰਾਂ ਨੂੰ ਰੋੜ ਦਿੱਤਾ ਜਾਂਦਾ ਹੈ। ਤੇ ਇੱਥੇ ਕਈਆਂ ਨੇ ਪਤਾ ਕੀ ਇੱਕ ਹਾਸੋਹੀਣੀ ਖੇਡ ਬਣਾ ਦਿੱਤੀ। ਕਈਆਂ ਨੇ ਇਹ ਜ਼ਿਕਰ ਕਰ ਦਿੱਤਾ ਜੀ ਕਿ ਕਿਸੇ ਨੇ ਉਸ ਰਾਵੀ ਦੇ ਦਰਿਆ ਤੇ ਸਤਿਗੁਰੂ ਜੀ ਜਦੋਂ ਖੜੇ ਨੇ ਇੱਕ ਪੱਥਰ ਉਠਾਇਆ ਤੇ ਉਹ ਪੱਥਰ ਗੁਰੂ ਅਰਜਨ ਸਾਹਿਬ ਨੂੰ ਮਾਰਿਆ, ਉਹਨਾਂ ਦੇ ਮੱਥੇ ਦੇ ਵੱਜਾ, ਖੂਨ ਨਿਕਲਿਆ ਤੇ ਖੂਨ ਜਦੋਂ ਥੱਲੇ ਪਾਣੀ ਦੇ ਵਿੱਚ ਮਿਲਿਆ ਤੇ ਇਹ ਕਹਿ ਦਿੱਤਾ ਗਿਆ ਕਿ ਹੁਣ ਇਸ ਕੌਮ ਦੇ ਵਿੱਚ ਸ਼ਹੀਦ ਬੜੇ ਪੈਦਾ ਹੋਣਗੇ। ਇਸ ਤਰ੍ਹਾਂ ਕਿਤੇ ਨਾ ਇਤਿਹਾਸ ਦੇ ਵਿੱਚ ਤੁਹਾਨੂੰ ਲਿਖਿਆ ਮਿਲੇਗਾ ਤੇ ਨਾ ਹੀ ਇਸ ਤਰ੍ਹਾਂ ਹੋਇਆ। ਉਬਲਦੀ ਦੇਗ ਦੇ ਵਿੱਚੋਂ ਕੱਢ ਕੇ ਸਤਿਗੁਰਾਂ ਨੂੰ ਰਾਵੀ ਦੇ ਦਰਿਆ ਤੇ ਲਿਜਾਇਆ ਗਿਆ ਤੇ ਰਾਵੀ ਦੇ ਦਰਿਆ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਰੋੜ ਦਿੱਤਾ ਗਿਆ ਤੇ ਸਤਿਗੁਰੂ ਜੀ ਜਿਹੜੇ ਨੇ ਉਹ ਸ਼ਹਾਦਤ ਨੂੰ ਪ੍ਰਾਪਤ ਕਰ ਜਾਂਦੇ ਨੇ, ਸ਼ਹੀਦ ਹੋ ਜਾਂਦੇ ਨੇ। ਜੋਤੀ ਜੋਤ ਮਿਲੀ, ਸੰਪੂਰਨ ਥੀਆ ਵਾਲੀ ਗੱਲ ਹੋ ਜਾਂਦੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਉਸ ਪ੍ਰਮਾਤਮਾ ਦੇ ਵਿੱਚ ਸਮਾ ਜਾਂਦੇ ਨੇ, ਲੀਨ ਹੋ ਜਾਂਦੇ ਨੇ ਤੇ ਇਸ ਲੀਨਤਾ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਬੜਾ ਪਿਆਰਾ ਬਿਆਨ ਕੀਤਾ ਹੈ। ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਤਰ੍ਹਾਂ ਲੀਨ ਹੋ ਗਏ। ਕਿਸ ਤਰ੍ਹਾਂ ਜੀ? ਕਹਿੰਦੇ ਜਿਸ ਤਰ੍ਹਾਂ ਰਹਿੰਦੇ ਗੁਰ ਦਰਿਆਉ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ। ਕਹਿੰਦੇ ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ। ਕਹਿੰਦੇ ਜਿਸ ਤਰ੍ਹਾਂ ਪਤੰਗਾ ਲਾਈਟ ਦੇ ਉੱਤੇ ਅੱਗ ਦੇ ਉੱਤੋਂ ਕੁਰਬਾਨ ਹੋ ਜਾਂਦਾ ਹੈ, ਜਿਸ ਤਰ੍ਹਾਂ ਮੱਛੀ ਪਾਣੀ ਦੇ ਵਿੱਚ ਸਮਾਈ ਹੋਈ ਹੈ, ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਨੇ ਉਹ ਤਸੀਹੇ ਸਹਾਰਦਿਆਂ ਹੋਇਆਂ ਵੀ ਉਸ ਕਰਤਾਰ ਦੀ ਯਾਦ ਵਿੱਚ ਜੁੜ ਕੇ ਉਸ ਪ੍ਰਮਾਤਮਾ ਦੇ ਵਿੱਚ ਲੀਨ ਹੋ ਗਏ, ਪ੍ਰਮਾਤਮਾ ਦੇ ਵਿੱਚ ਸਮਾ ਗਏ। ਸੋ ਗੁਰੂ ਅਰਜਨ ਸਾਹਿਬ ਮਹਾਰਾਜ ਜਹਾਂਗੀਰ ਦੀ ਕੱਟੜ ਧਾਰਮਿਕ ਨੀਤੀ ਦੇ ਅਕੋਰਡਿੰਗਲੀ ਸ਼ਹਾਦਤ ਦਾ ਜਾਮ ਪ੍ਰਾਪਤ ਕਰਦੇ ਨੇ। ਹੋਰ ਛੋਟੇ ਛੋਟੇ ਰੀਜ਼ਨਸ ਕਈ, ਚੰਦੂ ਦੀ ਵਿਰੋਧਤਾ ਕਹਿ ਲਈਏ, ਸ਼ੇਖ ਅਹਿਮਦ ਸਰਹੰਦੀ ਦੀ ਵਿਰੋਧਤਾ ਕਹਿ ਲਈਏ, ਇਹ ਕੋ ਰੀਜ਼ਨਸ ਜਿਹੜੇ ਨੇ, ਪਰ ਮੇਨ ਰੀਜ਼ਨ ਜਹਾਂਗੀਰ ਦੀ ਧਾਰਮਿਕ ਕੱਟੜਤਾ। ਉਹ ਨਹੀਂ ਸੀ ਚਾਹੁੰਦਾ ਕਿ ਇਸਲਾਮ ਤੋਂ ਬਿਨਾ ਕੋਈ ਹੋਰ ਧਰਮ ਜਿਹੜਾ ਹੈ ਉਹ ਅੱਗੇ ਵੱਧ ਸਕੇ ਤੇ ਇਸ ਮਨੋਰਥ ਦੇ ਲਈ, ਇਸ ਪਰਪਸ ਨੂੰ ਪੂਰਾ ਕਰਨ ਦੇ ਲਈ ਇੱਕ ਝੂਠਾ ਇਲਜ਼ਾਮ ਗੁਰੂ ਅਰਜਨ ਸਾਹਿਬ ਦੇ ਉੱਤੇ ਲਗਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸ਼ਹੀਦ ਕਰ ਦਿੱਤਾ ਗਿਆ। ਸੋ ਗੁਰੂ ਸਵਾਰਿਓ, ਜਿੱਥੇ ਅੱਜ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦਾ ਹੈ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾਉਂਦਾ ਪਿਆ ਹੈ। ਤੇ ਜੇ ਪੁਰਬ ਮਨਾ ਰਹੇ ਆ ਤੇ ਬੜਾ ਚੰਗਾ ਹੋਵੇ ਜੇਕਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਜਿਹੜੇ ਉਹਨਾਂ ਨੇ ਪੂਰਨੇ ਪਾਏ ਨੇ, ਜਿਹੜਾ ਉਪਦੇਸ਼ ਸਾਨੂੰ ਸਤਿਗੁਰਾਂ ਨੇ ਦਿੱਤਾ ਹੈ, ਉਹ ਆਪਣੇ ਜੀਵਨ ਦੇ ਵਿੱਚ ਆਪਾਂ ਅਡਾਪਟ ਕਰ ਲਈਏ। ਉਪਦੇਸ਼ ਕਿਹੜਾ? ਕਿ ਚਾਹੇ ਸੁੱਖ ਸੀ ਚਾਹੇ ਦੁੱਖ, ਹਰ ਸਮੇਂ ਸਤਿਗੁਰੂ ਜੀ ਉਸ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹੇ। ਪ੍ਰਮਾਤਮਾ ਦਾ ਲੜ ਗੁਰੂ ਅਰਜਨ ਸਾਹਿਬ ਨੇ ਕਦੇ ਛੱਡਿਆ ਨਹੀਂ। ਇਸੇ ਕਰਕੇ ਹੀ ਭੱਟ ਸਾਹਿਬਾਨਾਂ ਨੇ ਕਿਹਾ ਹੈ ਕਿ ਹੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਗੁਰ ਪਰਚੈ ਪ੍ਰਵਾਨ ਰਾਜ ਮੈਂ ਜੋਗ ਕਮਾਇਓ। ਗੁਰੂ ਅਰਜਨ ਸਾਹਿਬ ਮਹਾਰਾਜ ਜੀਓ, ਇਸ ਦੁਨੀਆ ਦੇ ਵਿੱਚ ਅਖਵਾਉਣ ਵਾਲੇ ਰਾਜਾ ਜੋਗੀ ਬਹੁਤ ਆਏ, ਪਰ ਤੁਹਾਡੇ ਵਰਗਾ ਰਾਜਾ ਜੋਗੀ ਨਾ ਤਾਂ ਇਸ ਦੁਨੀਆ ਦੇ ਵਿੱਚ ਪਹਿਲਾਂ ਕੋਈ ਹੋਇਆ ਤੇ ਨਾ ਹੀ ਕੋਈ ਹੋ ਸਕੇਗਾ। ਸੋ ਆਪਾਂ ਵੀ ਕਿਤੇ ਆਪਣੇ ਮਨ ਨੂੰ, ਆਪਣੇ ਚਿੱਤ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਉਸ ਇੱਕ ਅਕਾਲ ਪੁਰਖ ਦਾ ਆਸਰਾ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਅੰਤ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।